ਜਸਟਿਸ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਪੰਜਾਬ ਵਿੱਚ ਬੱਸਾਂ ਦੀ ਗੱਲ ਬੜੀ ਹੁੰਦੀ ਹੈ, ਟਰਾਂਸਪੋਰਟ ਮਾਫੀਆ ਦੀ ਗੱਲ ਬੜੀ ਹੁੰਦੀ ਹੈ, ਤੇ ਜਦੋਂ ਸਰਕਾਰੀ ਲਗਜ਼ਰੀ ਬੱਸਾਂ ਵੋਲਵੋ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੱਕ ਜਾਣ ਦੀ ਤਿਆਰੀ ਕਰ ਲੈਣ ਤੇ ਉਦੋਂ ਇਹ ਗੱਲ ਵੱਡੀ ਹੋਣ ਲੱਗ ਪੈਂਦੀ ਹੈ। ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਉਹ ਇੱਥੇ ਪਹੁੰਚੇ, ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੋਨੋਂ ਇਕੱਠੇ ਸੀ, ਦੋਨਾਂ ਨੇ ਹਰੀ ਝੰਡੀ ਦਿਖਾਈ ਤੇ ਉਸ ਤੋਂ ਬਾਅਦ ਨਾਲ ਹੀ ਬਿਆਨ ਦਾਗ ਦਿੱਤਾ ਕਿ ਟਰਾਂਸਪੋਰਟ ਮਾਫੀਆ ਵੱਲ ਇਹ ਜਿਹੜੇ ਕਦਮ ਚੁੱਕੇ ਜਾ ਰਹੇ ਆ ਤੇ ਹੁਣ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ, NRIs ਨੂੰ ਸਹੂਲਤਾਂ ਮਿਲਣਗੀਆਂ ਤੇ ਸੁੱਖ ਸੁਵਿਧਾਵਾਂ ਜਿਹੜੀਆਂ ਬਹੁਤ ਜ਼ਿਆਦਾ ਕਿਫਾਇਤੀ ਜਿਹੜੀਆਂ ਕੀਮਤਾਂ ਉਹਨਾਂ ਦੇ ਰੇਟ ਵੀ ਦੱਸਦੇ ਆ ਤੇ ਕਿੱਥੋਂ ਕਿੱਥੋਂ ਬੱਸਾਂ ਕਿਵੇਂ ਚੱਲਣਗੀਆਂ ਉਹ ਵੀ ਦੱਸਦੇ ਆ। ਵਿਰੋਧੀ ਧਿਰ ਇਸ ਸਵਾਲ ਚੁੱਕਦੇ ਪਏ ਆ, ਕਹਿੰਦੇ ਪਹਿਲਾਂ ਕਿਉਂ ਨਹੀਂ ਇੱਦਾਂ ਕੀਤਾ ਗਿਆ, ਤੇ ਕੁਝ ਕਹਿੰਦੇ ਆ ਕਿ ਇਹਦੇ ਵਿੱਚ ਸਿਆਸਤ ਸੀ ਇਸ ਕਰਕੇ ਨਹੀਂ ਕੀਤਾ ਗਿਆ। ਹੁਣ ਸਿਆਸਤ ਕਿਹੜੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਵਾਲ ਵੱਡਾ ਹੀ ਹੋਊਗਾ ਕਿ ਸਰਕਾਰੀ ਵੋਲਵੋ ਬੱਸਾਂ ਨਾਲ ਟਰਾਂਸਪੋਰਟ ਮਾਫੀਆ ਮੁੱਕੇਗਾ। दो मुख्यमंत्री कहते की पहले सुन लीए। एक लुट अज बंद होने जा रही है, वो हैगी बस माफिया दी, वो हैगी जिन्होंने दो दो तीन तीन सरकारां दा समर्थन हासिल सी, क्योंकि पंजाब एक इहो जी स्टेट है ਜਿਹੜੀ ਹੈਗੀ ਤਾਂ ਭਾਰਤ ਦੇ ਉੱਤਰੀ ਖੇਤਰ 'ਚ ਹੈ, ਪਰ ਵਸਦੀ ਪੰਜਾਬ ਜਿਹੜਾ ਹੈ ਉਹ ਵਸਦਾ ਸਾਰੀ ਦੁਨੀਆ 'ਚ ਹੈ। ਸਾਨੂੰ ਸ਼ਿਕਾਇਤਾਂ ਆਉਂਦੀਆਂ ਸੀ ਲੁੱਟਦੇ ਨੇ ਜੀ 3000, ਜੇ ਥੋੜਾ ਜਿਹਾ ਲੇਟ ਹੋ ਗਏ 4000, ਹੋਰ ਵੀ ਵੱਧ ਕੋਈ ਐਮਰਜੈਂਸੀ ਹੋ ਗਈ 5-5000 ਤੱਕ ਵੀ 에ਅਰਪੋਰਟ ਤੋਂ ਇੱਥੇ ਖੁਸ਼ੀ ਗਮੀ ਦੇ ਸਮਾਗਮਾਂ 'ਚ ਪਹੁੰਚਣ ਦੇ ਪੈਸੇ ਵਸੂਲਦੇ ਰਹੇ ਆ। पंजाब सरकार क्यों नहीं चला सकती बसां? ये तो पहला कांग्रेस ने ते अकालियां ने तो बसां ही सी, कांग्रेस ने भी कोशिश की आए कर देंगे वो कर देंगे, पर नहीं हो सकिया। उसका कारण सी एक, क्योंकि आप मिले हुए सीगे, आप रले हुए सीगे, हजे चासियां दे हिसाब लेने हैं, बहुत हिसाब पे ने हजे जिहड़े पंजाब दे लोकां दीयां जेबां चों पैसा कढ़िया ਉਹਦੇ पैसे लेने हैं। हजे एवें बस चढ़ के ड्रामा कर लिया जी, देखो मैं तो ऐ करता जी वो करता, देखो रूल रूल है। सारे लोग विदेशों में रहते हैं, NRI हैं, वो खुद अपने गांव आते जाते रहते हैं, उनके दोस्त रिश्तेदार आते जाते रहते हैं। अभी तक जब वो आया करते थे तो उनको जो बस माफिया चलता था यहाँ पे, उस बस माफिया का शिकार होना पड़ता था। एक तरफ का किराया 3-3 हजार, 4-4 हजार, 5-5 हजार रुपये होता था, लेकिन बेचारों के पास कोई विकल्प नहीं था, उनको उन्हीं बसों में जाना पड़ता था। लेकिन अब पंजाब के अंदर ईमानदार सरकार आ गई है। बड़ा सवाल इस डिबेट के ਅਸੀਂ ਇਹ ਪੁੱਛਾਂਗੇ, ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਉਣਾ ਕ੍ਰਾਂਤੀਕਾਰੀ ਕਦਮ ਕਿਵੇਂ ਹੈ? ਇਸ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਜਸਵੀਰ ਸਿੰਘ ਗਿੱਲ MLA ਨੇ ਆਮ ਆਦਮੀ ਪਾਰਟੀ ਦੇ, ਤੇ ਇਹ ਉਸ ਵਕਤ ਸਮਾਗਮ ਵਿੱਚ ਵੀ ਮੌਜੂਦ ਸੀਗੇ ਜਦੋਂ ਇਹ ਸਭ ਕੁਝ ਹੋਇਆ ਤੇ ਝੰਡੀ ਦਿੱਤੀ ਗਈ ਹੈ ਤੇ ਇਸ ਝੰਡੀ ਦੇ ਪਿੱਛੇ ਪੋਲਿਟਿਕਸ ਹੋ ਰਹੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਸਵੀਰ ਸਿੰਘ ਗਿੱਲ ਤੁਹਾਡਾ ਬਹੁਤ ਸਵਾਗਤ ਹੈ ਸਰ। विनोद भारती कांग्रेस स्पोक्सपर्सन है, विनोद भारती तुहाडा बहुत स्वागत है। सरबजीत सिंह झिंजर श्रोमणी अकाली दल बुला रहे हैं, झिंजर साहब तुहाडा बहुत स्वागत है। प्रवीण शर्मा ਸਕੱਤਰ ने कॉन्ट्रैक्ट इंपलाई एक्शन कमेटी पंजाब ते प्रवीण शर्मा तुहाडा बहुत स्वागत है। ਗਿੱਲ ਸਾਹਿਬ सब तो पहला सवाल तुहानूं करना चाहुंदा, ਗਿੱਲ ਸਾਹਿਬ ਇਹ क्रांतिकारी कदम किवें है? ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਕ੍ਰਾਂਤੀਕਾਰੀ ਕਹਿਣ ਦਾ ਮਤਲਬ ਇਹ ਸੀ ਜਦੋਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਸਮਝ ਕੇ ਲੋਕਾਂ ਦੇ ਹਿੱਤ ਲਈ ਕੋਈ ਚੰਗਾ ਕਦਮ ਕਰਦੇ ਆ, ਉਹਨੂੰ ਉਸ ਗੱਲ ਨੂੰ ਅਟੈਚ ਕੀਤਾ ਗਿਆ ਆ, ਹੋਰ ਕੋਈ ਏਡੀ ਵੱਡੀ ਗੱਲ ਨਹੀਂ। ਇਹ ਜਿਹੜਾ ਕੰਮ ਸੀਗਾ ਇਹ ਲੋਕਾਂ ਦੇ NRI ਵੀਰਾਂ ਦੀ ਹਿੱਤ ਨੂੰ ਦੇਖਦੇ ਹੋਏ ਕਰ ਰਿਹਾ, ਕਿਉਂਕਿ ਉਹ ਜਦੋਂ ਇੰਡੀਆ ਆਉਂਦੇ ਸੀਗੇ 에ਅਰਪੋਰਟ ਤੋਂ ਲੁੱਟ ਸਟਾਰਟ ਹੋ ਜਾਂਦੀ ਸੀਗੀ, ਉਸ ਲੁੱਟ ਨੂੰ ਦੇਖਦੇ ਹੋਏ ਇਹ ਕਦਮ ਚੱਕੇ ਆ ਔਰ ਬਾਕੀ ਇੱਕ ਸ਼ਲਾਘਾਯੋਗ ਇੱਕ ਕਦਮ ਹੈ। ਜਸਵੀਰ ਜੀ ਇਹ ਕਦੋਂ ਤੋਂ ਬੰਦ ਕੀਤੀ ਸਰਵਿਸ? ਇਹ ਕਿਹੜੀ ਜੀ?
ਜਿਹੜੀ ਵੋਲਵੋ ਬੱਸਾਂ ਵਾਲੀ ਹੈ ਸਰਵਿਸ ਕਦੋਂ ਤੋਂ ਬੰਦ ਕੀਤੀ ਹੋਈ ਦਿੱਲੀ ਸਰਕਾਰ ਨੇ? ਇਹ ਤਾਂ ਪਿੱਛੇ ਜਿਹੇ ਜੀ ਇਹਦੇ ਵਿੱਚ ਕਾਫੀ ਕੁਝ ਹੋਇਆ। ਇਨੀ ਜਿਹੜੀਆਂ ਦੂਸਰੀਆਂ ਜਾਂਦੀਆਂ ਜਾਂ ਕੋਈ ਸਰਕਾਰੀ ਬੱਸ ਜਾਂਦੀ ਸੀ ਨਾ, ਇਨੀ ਚਲਾਨ ਵੀ ਕਰਾਏ ਸੀਗੇ ਵੱਡੇ ਘਰਾਣੇ ਵਾਲਿਆਂ ਨੇ ਕਿ ਇਹਨਾਂ ਨੇ ਆਪਣੀ ਕੰਟੀਨਿਊਸ ਬੱਸਾਂ ਉੱਥੇ ਲਿਜਾਣ ਨੂੰ, ਰੋਡਵੇਜ਼ ਦੀਆਂ ਬੱਸਾਂ ਨੂੰ ਤਾਂ ਵੈਸੇ ਹੀ ਬੰਦ ਕਰਤਾ ਸੀ। ਕੋਈ ਜਾਂਦੀ ਨਹੀਂ ਸੀ। ਉਦੋਂ ਜਾਂਦੀ ਸੀ ਜਦੋਂ ਬੇ ਟਾਈਮ ਜਿਹੜਾ ਕਸਟਮਰ ਦਾ ਟਾਈਮ ਸੀ 에어ਪੋਰਟ ਦੇ ਟਾਈਮ ਦੇ ਨਾਲ ਅਟੈਚ ਸੀ, ਉਹ ਸਾਰੇ ਚੰਗੇ ਟਾਈਮਾਂ ਤੇ ਇਹ ਆਪ ਚੱਲਦੇ ਸੀਗੇ। ਰੋਡਵੇਜ਼ ਤਾਂ ਐਵੇਂ ਕਿਤੇ 1 2 4 ਜਾਂਦੀਆਂ ਸੀ, ਉਹ ਵੀ ਰਾਹ 'ਚ ਕਦੀ ਰਹਿ ਗਈਆਂ, ਕਦੀ ਕਿਤੇ ਅਸੀਂ ਗਿੱਲ ਸਾਹਿਬ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਬੱਸ ਮਾਫੀਆ ਨਾਲ ਮਿਲੇ ਹੋਏ ਸੀਗੇ, ਤੁਸੀਂ ਸਰਵਿਸ ਬੰਦ ਕੀਤੀ ਹੋਈ ਸੀ? ਕਿੱਦਾਂ ਜੀ, ਕਿੱਦਾਂ ਦੁਬਾਰਾ ਬੋਲਿਓ ਕੁਐਸਚਨ। ਤੁਹਾਡੇ ਤੇ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਟਰਾਂਸਪੋਰਟ ਮਾਫੀਆ ਦੇ ਨਾਲ ਮਿਲੇ ਹੋਏ ਸੀਗੇ? ਟਰਾਂਸਪੋਰਟ ਮਾਫੀਆ ਨਾਲ ਇਸ ਕਰਕੇ ਮਿਲੇ ਸੀਗੇ, ਉਹ ਮੈਂ ਦੱਸਣ ਲੱਗਾ ਜੀ। ਹਾਂ, ਟਰਾਂਸਪੋਰਟ ਮਾਫੀਆ ਨਾਲ ਜੇ ਅਟੈਚ ਹੁੰਦਾ ਤਾਂ ਸਾਡੇ ਕੋਲ 52 ਪਰਮਿਟ ਸੀ, ਸਾਡੇ ਤੋਂ 30 ਗੱਡੀਆਂ ਨਾ ਚੱਲਦੀਆਂ, ਅਸੀਂ ਚਲਾਉਂਦੇ ਫੇ 70। ਠੀਕ ਹੈ ਜੀ। ਔਰ ਸਾਡੇ ਜੇ ਮਾਫੀਆ ਨਾਲ ਮਿਲੇ ਹੁੰਦੇ, ਸਾਨੂੰ 1976 ਦਾ ਪਰਮਿਟ ਮਿਲਿਆ ਹੋਇਆ ਹੈ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਦਾ। ਜੇ ਮੈਂ ਮਾਫੀਆ ਨਾਲ ਮਿਲਿਆ ਹੁੰਦਾ, ਮੇਰਾ ਪਰਮਿਟ ਜਾਂਦਾ ਚੰਡੀਗੜ੍ਹ। ਇਨੀ ਸਾਡੇ ਪਰਮਿਟ ਰੋਕੇ, ਇਨੀ ਸਾਡੇ ਟਾਈਮ ਨਹੀਂ ਚੱਲਣ ਦਿੱਤੇ। ਅੱਜ ਵੀ ਮੈਂ ਤੁਹਾਨੂੰ ਦੱਸਦਾ, ਮੇਰੇ ਤੋਂ ਇਦਾਂ ਦੇ ਕਈ ਪਰਮਿਟ ਆ ਕਿ ਅੱਜ ਤੱਕ ਟਾਈਮ ਨਹੀਂ ਪਇਓ। ਮੈਂ ਕੋਲੋਂ ਖੜੀਆਂ ਦੇ ਟੈਕਸ ਦਿੰਦਾ ਆ। ਅਸੀਂ ਰੋਂਦੇ ਰਹੇ ਅਫਸਰਾਂ ਦੇ ਜਾ ਕੇ। ਅਫਸਰ ਜਦੋਂ ਅਸੀਂ ਜਾਂਦੇ ਸੀਗੇ, ਸਾਡੇ ਨਾਲ ਗੱਲ ਨਹੀਂ ਕਰਦੇ ਸੀ, ਟੇਬਲ ਦੂਜੇ ਪਾਸੇ ਘੁਮਾ ਲੈਂਦੇ ਸੀਗੇ। ਅਸੀਂ ਰੋ ਰੋ ਕੇ ਇਹਨਾਂ ਦੇ ਟੇਬਲਾਂ ਤੋਂ ਆਉਂਦੇ ਰਹੇ। ਇਹ ਹੁਣ ਤੁਸੀਂ ਸੋਚ ਲਿਓ ਵੀ ਜਿਸ ਇਨਸਾਨ ਕੋਲ 1937 ਦੀ ਮੇਰੀ ਕੰਪਨੀ, ਸਾਡੀ 1937 ਦੀ ਲਾਹੌਰ ਦੀ, ਠੀਕ ਹੈ ਜੀ, ਔਰ ਸਾਡੇ ਕੋਲ 52 ਪਰਮਿਟ ਹੋਣ, ਇੱਕ ਵੀ ਨਵਾਂ ਪਰਮਿਟ ਨਹੀਂ ਅਸੀਂ ਲਿਆ, ਸਾਰੇ ਪੁਰਾਣੇ ਸੀਗੇ ਸਾਡੇ ਤੋਂ। ਔਰ ਮੇਰੇ ਕੋਲ 30 ਗੱਡੀਆਂ ਚੱਲਦੀਆਂ ਸੀ। ਇਹ ਨਹੀਂ ਸਾਡੀਆਂ ਗੱਡੀਆਂ ਨਹੀਂ ਚੱਲਣ ਦਿੱਤੀਆਂ। ਇਹ ਨਹੀਂ ਸਾਡੇ ਕੰਡਕਟਰ, ਜੇ ਮੈਂ ਮਾਫੀਆ ਹੁੰਦਾ, ਸਾਡੇ ਕੰਡਕਟਰ ਕੁੱਟ ਨਾ ਖਾਂਦੇ, ਸਾਡੇ ਡਰਾਈਵਰ ਕੁੱਟ ਨਾ ਖਾਂਦੇ। ਇਹ ਨਹੀਂ ਤਾਂ ਜਿਹੜੇ ਪ੍ਰਾਈਵੇਟ ਲੋਕ ਸੀਗੇ, ਜਿਹੜੀ ਮੇਰੇ ਕੋਲ ਕੰਪਨੀ, ਇਹ ਪ੍ਰਾਈਵੇਟ ਲਿਮਟਿਡ ਕੰਪਨੀ ਆ, ਔਰ ਅਸੀਂ ਘੱਟੋ ਘੱਟ ਵੀ ਇਹਦੇ ਚ 200 ਤੋਂ ਉੱਤੇ ਸ਼ੇਅਰ ਹੋਲਡਰ ਆ। ਜਸਵੀਰ ਸਿੰਘ ਗਿੱਲ, ਮੈਂ ਤੁਹਾਡੀ ਗੱਲ ਮੰਨ ਕੇ ਅੱਗੇ ਤੁਰ ਪੈਣਾ। ਰਾਜਾ ਵੜਿੰਗ ਜਦੋਂ ਮੁਲਾਕਾਤ ਕਰਨਾ ਚਾਹ ਰਹੇ ਸੀ ਅਰਵਿੰਦ ਕੇਜਰੀਵਾਲ ਨਾਲ, ਜਦੋਂ ਉਹਨਾਂ ਨੂੰ ਪੁੱਛਣਾ ਚਾਹ ਰਹੇ ਸੀਗੇ, ਇੱਥੋਂ ਪੰਜਾਬ ਫੇਰੀ ਤੇ ਵੀ ਉੱਥੇ ਗਏ, ਦਿੱਲੀ 'ਚ ਵੀ ਗਏ, ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਰਾਜਾ ਵੜਿੰਗ ਦੀ? ਫਿਰ ਜਦੋਂ ਅਸੀਂ ਐਜ਼ ਏ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਦੇ, ਔਰ ਮੈਂ ਇੱਕ ਸਭ ਤੋਂ ਪੁਰਾਣੀ ਟਰਾਂਸਪੋਰਟ ਆ, ਅਸੀਂ ਜਾਂਦੇ ਰਹੇ, ਸਾਨੂੰ ਨਹੀਂ ਟਾਈਮ ਦਿੰਦੇ ਸੀ। ਰਾਜਾ ਜੀ ਤਾਂ ਸਾਨੂੰ ਨਹੀਂ ਟਾਈਮ ਦਿੰਦੇ, ਸਾਡੀ ਗੱਲ ਨਹੀਂ ਸੁਣ ਕੇ ਰਾਜੀ ਸੀ। ਅਸੀਂ ਇਹਨਾਂ ਨੂੰ ਬੜੀ ਵਾਰੀ ਕਿਹਾ, ਔਰ ਅਕਾਲੀ ਦਲ ਵਾਲਿਆਂ ਨੂੰ ਤਾਂ ਮਿੰਨਤਾਂ ਕਰਦੇ ਮਰ ਗਏ ਅਸੀਂ ਨਾ, ਵੀ ਭਾਜੀ ਟਾਈਮ ਟੇਬਲ ਬਣਾ ਦਿਓ, ਜਿਹਦਾ ਚੰਗਾ ਟਾਈਮ ਉੱਥੇ ਆਪਣੀ ਬਾਤ। ਪਰਮਿਟ ਹੈ ਕਿ ਨਹੀਂ ਹੈ ਕੋਈ ਮਤਲਬ ਨਹੀਂ ਸੀਗਾ। ਠੀਕ ਹੈ ਜੀ। ਔਰ ਰਾਜਾ ਵੜਿੰਗ ਜੀ ਤੋਂ ਗਏ, ਅਸੀਂ ਗਏ ਜੀ ਟਾਈਮ ਟੇਬਲ 10 ਸਾਲ ਤੋਂ ਨਹੀਂ ਬਣੇ। ਬਾਦਲਾਂ ਦੇ 20 ਮਿੰਟ, ਬਾਦਲਾਂ ਦੇ ਪਿਆਰਿਆਂ ਦੇ 20 ਮਿੰਟ, ਉਹ ਜਿਹੜੇ ਸਾਡੇ ਵਰਗੇ ਨੌਨ ਪੋਲੀਟੀਕਲ ਲੋਕ ਸੀਗੇ, ਜਿਨ੍ਹਾਂ ਦਾ ਕੋਈ ਅਫਸਰ ਵੀ ਨਹੀਂ ਸੁਣਦੇ, ਉਹਨਾਂ ਨੂੰ 2-2 ਮਿੰਟ ਕਾਊਂਟਰ ਟਾਈਮ। ਅਸੀਂ ਬੜਾ ਰੋਏ ਜੀ ਕੋਲ ਜਾ ਕੇ। ਇਹ ਜਿਹੜੇ ਮਾਫੀਆ ਦੀ ਗੱਲ ਕਰਦੇ ਆ ਨਾ, ਜਿਹੜਾ ਮਾਫੀਆ ਆ, ਉਸ ਮਾਫੀਏ ਨੇ ਤਾਂ ਛੋਟੇ ਆਪਰੇਟਰ ਤਾਂ ਨੌਨ ਪੋਲੀਟੀਕਲ ਜਿਹੜੇ ਲੋਕ ਸੀਗੇ, ਉਹਨਾਂ ਨੂੰ ਕੁਚਲ ਕੇ ਰੱਖਤਾ। ਚਲੋ ਮੈਂ ਇੱਕ ਛੋਟਾ ਵਕਫਾ ਲਊਂਗਾ, ਵਕਤ ਤੋਂ ਵਾਪਸ ਆਵਾਂਗੇ। ਕੇਜਰੀਵਾਲ ਸਰਕਾਰ ਨੇ ਪੰਜਾਬ ਦੀ ਪਹਿਲਾਂ ਕਿਉਂ ਨਹੀਂ ਮੰਨੀ? ਸਵਾਲ ਬੜਾ ਮਹੱਤਵਪੂਰਨ ਹੈਗਾ ਕਿ ਵੋਲਵੋ ਨਾਲ ਟਰਾਂਸਪੋਰਟ ਮਾਫੀਆ ਮੁੱਕ ਜਾਵੇਗਾ, ਇਹ ਵੀ ਸਵਾਲ ਹੈਗਾ। ਪਰ ਇਸ ਸਵਾਲ ਦੇ ਵਿਚਾਲੇ ਕੀ ਬੱਸ ਮਾਫੀਆ ਜਿਹੜਾ ਉਸ ਨੂੰ ਖਤਮ ਕਰਨ ਵਾਲੇ ਕਦਮ ਹੈ ਜਿਹੜਾ ਪਹਿਲਾਂ ਸਮਝਿਆ ਜਾਵੇ ਕਿ ਨਾ ਸਮਝਿਆ ਜਾਵੇ? ਵਾਪਸ ਆ ਰਹੇ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਉਣਾ ਕ੍ਰਾਂਤੀਕਾਰੀ ਕਦਮ ਕਿਵੇਂ ਹੈ? ਮੈਂ ਭਾਰਤੀ ਸਾਹਿਬ ਸਿੱਧਾ ਸਵਾਲ ਤੁਹਾਡੇ ਤੇ ਹੈ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਰਕੇ ਦਿਖਾਦਾ, ਤੁਸੀਂ ਡਰਾਮਾ ਕਰਦੇ ਰਹੇ। ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਪਿਛਲੇ ਕਾਫੀ ਅਰਸੇ ਤੋਂ ਹੈ, ਔਰ ਜਦੋਂ ਅਕਾਲੀ ਦਲ ਦਾ ਰਾਜ ਸੀ, ਉੱਥੇ ਅਕਾਲੀ ਦਲ ਦੇ ਰਾਜ ਵਿੱਚ ਰੋਡਵੇਜ਼ ਦੀਆਂ ਬੱਸਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ। ਔਰ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਸਾਂਠ-ਗਾਂਠ ਸੀ ਅਕਾਲੀ ਦਲ ਦੀ ਔਰ ਆਮ ਆਦਮੀ ਪਾਰਟੀ ਦੀ, ਤਾਂ ਹੀ ਤਾਂ ਉੱਥੇ ਰੋਡਵੇਜ਼ ਦੀਆਂ ਬੱਸਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਨੇ ਬਾਰ-ਬਾਰ ਉਹਨਾਂ ਨੂੰ, ਦਿੱਲੀ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਕਿ ਸਾਡੀਆਂ ਬੱਸਾਂ ਨੂੰ ਅਲਾਓ ਕਰੋ, ਪਰ ਇਹ ਰਲੇ ਹੋਏ ਸੀ ਉਹਨਾਂ ਨਾਲ, ਤੇ ਇਸ ਕਰਕੇ ਕਾਂਗਰਸ ਪਾਰਟੀ ਨੂੰ ਅਲਾਓ ਨਹੀਂ ਕੀਤਾ। ਮੇਰੇ ਤੋਂ ਪਹਿਲਾਂ ਹੁਣੇ ਹੀ ਜੋ ਜਿਹੜਾ ਭਾਈ ਸਾਹਿਬ ਬੋਲ ਰਹੇ ਸੀ, ਉਹ ਕਹਿੰਦੇ ਸੀ ਅਸੀਂ ਬਾਰ-ਬਾਰ ਕਿਹਾ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਕੀ ਉਹਨਾਂ ਨੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਨੂੰ ਵੀ ਕਿਹਾ ਵੀ ਸਾਡੀਆਂ ਬੱਸਾਂ ਨੂੰ ਐਂਟਰ ਹੋਣ ਦਿਓ? ਉੱਥੇ ਬੱਸਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ।
ਈਵਨ ਦੈਨ ਕਿ ਰਾਜਾ ਵੜਿੰਗ ਜੀ ਨੇ ਜਾ ਕੇ ਆਪ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੈ ਕੇਜਰੀਵਾਲ ਜੀ, ਉਹਨਾਂ ਨਾਲ ਮੀਟਿੰਗ ਕੀਤੀ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਡੀਆਂ ਬੱਸਾਂ ਵੀ ਅਲਾਉ ਕਰੂੰਗਾ, ਪਰ ਉਹਨਾਂ ਨੇ ਕੀਤੀਆਂ ਨਹੀਂ। ਜਦੋਂ ਹੁਣ ਇਹਨਾਂ ਦੀ ਆਪਣੀ ਸਰਕਾਰ ਆਈ ਹੈ ਉਦੋਂ ਕੀਤੀਆਂ ਇਹਨਾਂ ਨੇ ਅਲਾਉ। ਇਸ ਕਰਕੇ ਤੇ ਫਿਰ ਸਵਾਗਤ ਕਰ ਦਿਓ ਭਾਰਤੀ ਸਾਹਿਬ, ਭਾਰਤੀ ਸਾਹਿਬ ਸਵਾਗਤ ਕਰ ਦਿਓ ਨਾ ਫਿਰ ਉਹਨਾਂ ਦੀ। ਮੈਂ ਕੀ ਕਹਿ ਰਿਹਾ, ਵੈਲਕਮ ਕਰ ਦਿਓ ਨਾ, ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ, ਵੈਲਕਮ ਕਰ ਦਿਓ। ਦੇਖੋ ਗੱਲ ਇਹ ਹੈ ਕਿ ਅਸੀਂ ਹਰ ਉਸ ਸਟੈਪ ਦਾ ਵੈਲਕਮ ਕਰਾਂਗੇ ਜਿਹੜਾ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਲਈ ਕੀਤਾ ਜਾਵੇ, ਪੰਜਾਬ ਦੇ ਲੋਕਾਂ ਦੀ ਬਹਿਬੂਦੀ ਲਈ ਕੀਤਾ ਜਾਵੇ, ਪੰਜਾਬ ਦੇ ਲੋਕਾਂ ਦੇ ਫਾਇਦੇ ਲਈ ਕੀਤਾ ਜਾਵੇ। ਪਰ ਇੱਥੇ ਇੱਕ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੀ ਕਥਨੀ ਔਰ ਕਰਨੀ 'ਚ ਹਮੇਸ਼ਾ ਹੀ ਫਰਕ ਰਿਹਾ। ਜੋ ਇਹਨਾਂ ਨੇ ਕਿਹਾ ਉਹ ਕੀਤਾ ਨਹੀਂ, ਜੋ ਕੀਤਾ ਉਹ ਦੱਸਿਆ ਨਹੀਂ। ਦੇਖੋ ਇਹਨਾਂ ਨੇ ਕਿਹਾ ਸੀ ਅਸੀਂ ਬੇਅਦਬੀ 24 ਘੰਟੇ 'ਚ ਖਤਮ ਕਰ ਸਰ, ਇਹ ਦਿਆਂਗੇ। ਬੇਅਦਬੀ ਦਾ ਮੁੱਦਾ ਨਹੀਂ ਹੈਗਾ ਕਿ ਵਿਨੋਦ ਭਾਰਤੀ ਸਾਹਿਬ ਮੈਂ ਕਰ ਲੂੰਗਾ ਸਰ, ਉਹ ਤਾਂ ਡਿਬੇਟ ਮੈਨੂੰ ਵੱਖਰੀ ਆਉਂਦੀ ਹੈ ਸਰ, ਡਿਬੇਟ ਕਰਨੀ ਹੋਣ ਤੇ ਆਪਾਂ ਟਰਾਂਸਪੋਰਟ ਤੇ ਰਹੀਏ ਸਰ ਪਲੀਜ਼। ਮੈਂ ਕਿਹਾ ਮੈਂ ਉਸੇ ਤੇ ਹੀ ਆ ਰਿਹਾ ਸਰ ਵੀ ਜਿਹੜੀ ਵੀ ਗੱਲ ਇਹਨੇ ਕਹੀ ਆ ਹੁਣ ਤੱਕ ਉਹਨੂੰ ਪੂਰਾ ਨਹੀਂ ਕੀਤਾ, ਸਿਰਫ ਗੱਲਾਂ ਹੀ ਕੀਤੀਆਂ ਨੇ। ਚਾਹੇ ਲਾ ਐਂਡ ਆਰਡਰ ਹੈ, ਚਾਹੇ ਬੇਅਦਬੀ ਹੈ, ਚਾਹੇ 1000 ਰੁਪਇਆ ਔਰ ਮਹਿਲਾਵਾਂ ਨੂੰ ਦੇਣ ਦਾ, ਚਾਹੇ 600 ਯੂਨਿਟ ਬਿਜਲੀ ਤੇ ਦੇਣ ਦਾ, ਕਿਹੜੀ ਗੱਲ ਪੂਰੀ ਕੀਤੀ ਇਹਨਾਂ ਨੇ? ਸਰ ਇਹ ਵੈਲਫੇਅਰ ਵਾਲਾ ਕੰਮ ਹੈਗਾ ਕਿ ਨਹੀਂ ਹੈਗਾ ਜਾਂ ਡਰਾਮਾ ਇਹ ਸਾਰਾ? ਇਹ ਤਾਂ ਮੈਨੂੰ ਦੱਸ ਦਿਓ ਨਾ ਭਾਰਤੀ ਸਾਹਿਬ। ਦੇਣਾ ਸੀ ਸਸਤਾ ਰੇਤਾ ਤੇ ਸਸਤੀ ਭਾਰਤੀ ਸਾਹਿਬ ਆਪਾਂ ਰੇਤਾ ਤੇ ਤੁਰੇ ਜਾਂਦੇ ਸਰ, ਮੈਂ ਸੜਕ ਦੀ ਗੱਲ ਕਰੀ ਜਾਣਾ ਸਰ, ਆਪਾਂ ਰੇਤਾ ਤੇ ਜਾਈ ਜਾਂਦੇ ਆ ਸਰ। ਭਾਰਤੀ ਸਾਹਿਬ ਮੈਂ ਕਿਹਾ ਸਰ ਅਸੀਂ ਹਰ ਉਸ ਕਦਮ ਦਾ ਸਵਾਗਤ ਕਰਦੇ ਹਾਂ, ਪਰ ਉਹ ਕਥਨੀ ਔਰ ਕਰਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਨਹੀਂ, ਇਹ ਵੈਲਫੇਅਰ ਦਾ ਕਦਮ ਹੈ ਜਾਂ ਨਹੀਂ ਹੈ? ਭਾਰਤੀ ਸਾਹਿਬ ਸਿੱਧਾ ਜਵਾਬ ਦੇ ਦਿਓ ਨਾ ਮੈਨੂੰ, ਜਾਂ ਡਰਾਮਾ ਕਰੀ ਜਾਂਦੇ ਸਾਰਾ। ਉਹਨੂੰ ਕਿਹਾ ਵੀ ਜਿਹੜਾ ਵੀ ਇਹਨਾਂ ਦਾ ਸਟੈਪ ਪੰਜਾਬ ਦੀ ਵੈਲਫੇਅਰ ਲਈ ਹੈ, ਪੰਜਾਬ ਦੇ ਲੋਕਾਂ ਦੀ ਵੈਲਫੇਅਰ ਲਈ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਬਸ਼ਰਤੇ ਕਿ ਇਹਨਾਂ ਦੀ ਕਥਨੀ ਔਰ ਕਰਨੀ 'ਚ ਫਰਕ ਨਾ ਹੋਵੇ। ਚਲੋ ਬੜਾ ਟਾਈਮ ਲਾਉਂਦੇ ਸਰ, ਤੁਸੀਂ ਘੁਮਾ ਕੇ ਗੱਲ ਕਰਦੇ ਹੋ। ਭਾਰਤੀ ਸਾਹਿਬ ਸਿੱਧਾ ਕਹਿਣ ਲੱਗੇ ਬੜਾ ਜ਼ੋਰ ਲਾਉਣਾ ਪੈਂਦਾ, ਮੈਂ ਸਮਝ ਗਿਆ ਤੁਹਾਡੀ ਗੱਲ। ਚਿੰਜਰ ਸਾਹਿਬ ਮਾਫੀਆ ਤੁਸੀਂ ਚਲਾਇਆ, ਸਿੱਧਾ ਇਲਜ਼ਾਮ ਤੁਹਾਡੇ ਤੇ ਆ। ਇਲਜ਼ਾਮ ਕਾਂਗਰਸ ਇਹ ਵੀ ਲਾ ਰਹੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਮਿਲੇ ਹੋਏ ਸੀਗੇ। ਆਮ ਆਦਮੀ ਪਾਰਟੀ ਦੇ ਸਤਿਕਾਰਯੋਗ ਐਮਐਲਏ ਸਾਹਿਬ ਬੈਠੇ ਨੇ ਡਿਬੇਟ ਤੇ, ਤੋ ਇਹ ਕਹਿ ਰਹੇ ਨੇ ਕਿ ਅੱਜ ਕ੍ਰਾਂਤੀਕਾਰੀ ਜਿਹੜਾ ਕਦਮ ਹੈ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਵਿੱਚ ਚੁੱਕਿਆ। ਕੇਪੀ ਜੀ, ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਸਰਕਾਰੀ ਬੱਸਾਂ, ਵੋਲਵੋ ਬੱਸਾਂ ਨੇ, ਉਹ ਪਹਿਲਾਂ ਵੀ ਦਿੱਲੀ ਨੂੰ ਜਾਂਦੀਆਂ ਸੀ, ਅਕਾਲੀ ਦਲ ਵੇਲੇ ਵੀ ਜਾਂਦੀਆਂ ਸੀ, ਕਾਂਗਰਸ ਵੇਲੇ ਵੀ ਜਾਂਦੀਆਂ ਸੀ ਤੇ ਹੁਣ ਵੀ ਜਾਂਦੀਆਂ ਨੇ। ਕੋਈ ਉਹਦੇ 'ਚ ਕੋਈ ਵੱਡਾ ਫਰਕ ਨਹੀਂ ਪਿਆ। ਸਿਰਫ ਇਹਨਾਂ ਦਾ ਇੱਕ ਜਿਹੜਾ ਮਾਰਕੀਟਿੰਗ ਕਰਨ ਦਾ ਤਰੀਕਾ ਹੈ, ਜਿਹੜਾ ਗੱਲ ਨੂੰ ਜਚਾਉਂਦੇ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਨੂੰ ਹਾਇਓ ਹੱਲਾ ਨਾ ਕਰਦੇ ਨੇ ਕਿ ਗੱਲ ਕੀ ਵੱਖਰਾ, ਅਸੀਂ ਕੁਝ ਵੱਖਰਾ ਕਰਨ ਲੱਗੇ ਆ। ਵੱਖਰਾ ਜੀ ਕੁਝ ਨਹੀਂ। ਆਮ ਆਦਮੀ ਪਾਰਟੀ ਦੇ ਸਤਿਕਾਰਯੋਗ ਐਮਐਲਏ ਸਾਹਿਬ ਬੈਠੇ ਨੇ ਤੇ ਜਿਵੇਂ ਨੇ ਦੱਸਿਆ ਕਿ ਇੱਕ ਟਰਾਂਸਪੋਰਟਡ ਵੀ ਨੇ। ਇਹ ਇੱਕ ਗੱਲ ਦਾ ਪਹਿਲਾਂ ਜਵਾਬ ਦੇਣ, ਫਿਰ ਮੈਂ ਅਗਲੀ ਗੱਲ ਤੇ ਲਾਵਾਂਗਾ। ਇਹ ਦੱਸਣ ਕਿ ਜਿਹੜੀ ਇਹ ਵੋਲਵੋ ਬੱਸ ਚੱਲੀ ਹੈ ਕਿੱਥੋਂ ਤੱਕ ਜਾਵੇਗੀ, ਦੱਸੋ ਜਰਾ ਇੱਕ ਮਿੰਟ। ਦੱਸੋ ਜੀ ਗਿੱਲ ਸਾਹਿਬ, ਬੱਸ ਕਿੱਥੋਂ ਜਾਊਗੀ? 에ਅਰਪੋਰਟ ਤੱਕ ਜਾਊਗੀ ਜਾਂ ਪਿੱਛੇ ਰੋਕ ਦੋਗੀ? ਇੱਕ ਮਿੰਟ, ਇਹ ਬਾਰ-ਬਾਰ ਚਲੋ ਧੰਨਵਾਦ ਹੈ, ਮੇਰੇ ਤੋਂ ਸਤਿਕਾਰਯੋਗ ਹੈ ਸਾਰੇ। ਐਕਚੁਅਲੀ ਮੈਂ ਪਹਿਲਾਂ ਮਾੜੀ ਜਿਹੀ ਡਿਟੇਲ ਦੇ ਦੇਵਾਂ ਜੀ। ਇਹ ਤੁਸੀਂ ਦੇਖ ਲਿਓ ਇਹਨਾਂ ਦੇ ਟਾਈਮ ਕਿੰਨੀਆਂ ਬੱਸਾਂ ਚੱਲਦੀਆਂ ਸੀ ਤੇ ਕਿੱਦਾਂ ਹੀ ਅੰਮ੍ਰਿਤਸਰ ਤੋਂ ਅਸੀਂ 3 ਬੱਸਾਂ ਚਲਾਈਆਂ 에ਅਰਪੋਰਟ ਨੂੰ ਬਲਬੋ, ਪਠਾਨਕੋਟ ਤੋਂ। सर गेल साहब पर सीधा सवाल तो ये गेल साहब आप प्लीज आप पॉइंट ते रहिए सर। ये बसा सर कितने जान गया? सीधा सवाल है ना सर, उत्थे आ जाओ ना गेल साहब। ये बसा ਦਿੱਲੀ 에ਅਰਪੋਰਟ ਤੋਂ ਥੋੜਾ ਪਿੱਛੇ ਆ, ਉੱਥੋਂ ਦਿੱਲੀ ਦੀ ਟਰਾਂਸਪੋਰਟ ਜਿਹੜੀ ਆ ਮੈਂ ਦੱਸਣ ਲੱਗਾ ਜੀ। ਕਿਉਂਕਿ ਇੱਕ ਮਿੰਟ ਮਿਸਟਰ ਚੰਦਰ ਇੱਕ ਮਿੰਟ ਪਲੀਜ਼। ਹਾਂ ਮਿਸਟਰ ਗੇਲ ਬੋਲੋ। ਸੁਣ ਲਓ ਵੀਰ ਮੇਰਾ, ਸੁਣ ਲਓ। ਇਹਨੀ ਟਰਮੀਨਲ ਬਣਾਤਾ ਵੱਖਰਾ। ਅੱਗੇ ਕੀ ਸੀ, ਅੱਗੇ ਸਾਰੀਆਂ ਬੱਸਾਂ ਜਾਂਦੀਆਂ ਸੀ ਉੱਥੇ ਤਾਂ ਲਾ ਕੇ ਆ ਜਾਂਦੀਆਂ ਸੀਗੀਆਂ, ਠੀਕ ਹੈ, ਖੜਦੀਆਂ ਵੀ ਸੀਗੀਆਂ। ਉਹ ਗਵਰਨਮੈਂਟ ਦੀ, ਸੈਂਟਰ ਗਵਰਨਮੈਂਟ ਦੀ ਕੋਈ ਪਾਲਿਸੀ ਜਾਂ 에ਅਰਪੋਰਟ ਦੀ ਜਾਂ ਕੁਝ ਵੀ, ਜਾਂ ਕੋਈ ਸਿਕਿਉਰਿਟੀ ਪਰਪਸ ਜਾਂ ਕੁਝ ਵੀ ਆ ਉਹਨਾਂ ਦਾ, ਉਹਨੀ ਥੋੜੀ ਦੂਰ ਇੱਕ ਟਰਮੀਨਲ ਬਣਾਤਾ ਜਿੱਥੇ ਪੂਰੇ ਜਿੰਨੇ ਵੀ ਪੰਜਾਬ ਚੋਂ ਜਾਂ ਕਿਤੋਂ ਵੀ ਬੱਸਾਂ ਜਾਣਗੀਆਂ। ਸਰ ਮੈਨੂੰ ਇੱਕ ਛੋਟਾ ਜਵਾਬ ਦਿਓ ਗਿੱਲ ਸਾਹਿਬ, ਤੁਸੀਂ ਤਾਂ ਜਹਾਜ਼ ਬਹੁਤ ਚੜ੍ਹਦੇ ਰਹਿੰਦੇ ਹੋ। ਗਿੱਲ ਸਾਹਿਬ ਮੇਰਾ ਸਵਾਲ ਤਾਂ ਸੁਣ ਲਓ ਨਾ, ਗਿੱਲ ਸਾਹਿਬ ਸੁਣ ਲਓ ਨਾ ਸਰ, ਐਨਆਰਆਈ ਸਾਰੇ ਤੁਹਾਨੂੰ ਸੁਣਦੇ ਪਏ ਆ। ਗਿੱਲ ਸਾਹਿਬ ਟਰਮੀਨਲ 1 2 3 IGI ਉੱਥੇ ਜਾਣਗੀਆਂ ਬੱਸਾਂ ਜਾਂ ਉਸ ਤੋਂ ਕਿੰਨੇ ਮੀਟਰ ਦੂਰੀ ਤੇ ਪਹਿਲਾਂ ਜਿਹੜਾ ਟਰਮੀਨਲ ਤੁਸੀਂ ਕਹਿ ਰਹੇ ਹੋ ਉੱਥੇ ਰੁਕਣਗੇ? ਸਰ ਮੇਰਾ ਸਿੱਧਾ ਸਵਾਲ ਹੈ ਸਰ। ਉਹ ਤੋਂ 2 ਕਿਲੋਮੀਟਰ ਪਿੱਛੇ ਆ। ਠੀਕ है सर, थोड़ा जवाब आ गया। गिल साहब आ रहे हैं, वापस आ जाऊंगा। गिल साहब वापस आ जाऊंगा ना सर, वापस आ जाऊंगा। गिल साहब वापस आ जाऊंगा सर, वापस आ जाऊंगा। चिंजर साहब अपनी गल पूरी करो। माफिया राज तुसी चलाया, उन्होंने 2 किलोमीटर उरे तक बस चला रहे हैं ना, तुसी तो वो भी नहीं चलन दित्ती। केपी जी मैं ताइयों मैं विचकार सवाल किया सी साडे भरा नूं
ਕਿ ਬੱਸਾਂ ਕਿੱਥੋਂ ਤੱਕ ਜਾਣਗੀਆਂ। ਬੱਸਾਂ ਜਾਣਗੀਆਂ 에ਅਰਪੋਰਟ ਤੋਂ 2 ਕਿਲੋਮੀਟਰ ਦੂਰ ਤੱਕ ਰੁਕਣਗੀਆਂ। ਪਹਿਲਾਂ ਵੀ 2 ਕਿਲੋਮੀਟਰ ਦੂਰ ਤੱਕ ਰੁਕਦੇ ਸੀ, ਉਹੀ ਖੱਜਲ ਖਵਾਰੀ ਕਰਕੇ ਜਿਹੜੇ ਸਵਾਰੀਆਂ ਸੀਗੀਆਂ ਉਹ ਪ੍ਰਾਈਵੇਟ ਬੱਸਾਂ ਵਿੱਚ ਜਾਂਦੀਆਂ ਸੀ, ਕਿਉਂਕਿ ਉੱਥੋਂ ਦਾ ਜਿਹੜਾ ਕਾਇਦਾ ਕਾਨੂੰਨ ਇਦਾਂ ਦਾ ਬਣਿਆ ਵਾ, ਜਿਹੜੀਆਂ ਪ੍ਰਾਈਵੇਟ ਵੱਲੋਂ ਬੱਸਾਂ ਨੇ ਉਹ ਅੰਦਰ ਤੱਕ ਜਾਂਦੀਆਂ ਨੇ ਤੇ ਸਰਕਾਰੀ ਬੱਸਾਂ ਨੂੰ ਉਹ ਅੰਦਰ ਤੱਕ ਜਾਣ ਹੀ ਨਹੀਂ ਦਿੰਦੇ ਹੈਗੇ ਉੱਥੋਂ। ਤੇ 2 ਕਿਲੋਮੀਟਰ ਚਿੰਜਰ ਸਾਹਿਬ ਤੁਸੀਂ ਚਲਾਉਂਦੇ ਸੀ ਉੱਥੇ ਤੱਕ ਬੱਸਾਂ ਜਾਂ ਨਹੀਂ, ਉਸ ਸਰ ਦੱਸੋ ਨਾ, ਤੁਸੀਂ ਉੱਥੇ ਤੱਕ ਬੱਸ ਚੱਲਣ ਦਿੱਤੀ ਜਾਂ ਨਹੀਂ? 2 ਕਿਲੋਮੀਟਰ ਦੂਰ ਤੱਕ ਪਹਿਲਾਂ ਹੀ ਬੱਸਾਂ ਜਾਂਦੀਆਂ ਸੀ, ਹੁਣ ਵੀ 2 ਕਿਲੋਮੀਟਰ ਦੂਰ ਤੱਕ ਜਾਣਗੀਆਂ ਤੇ ਉੱਥੋਂ ਤੱਕ ਲੋਕਾਂ ਨੇ ਖੱਜਲ ਖੁਆਰ ਹੋਣਾ। ਤੇ ਕੇਪੀ ਜੀ ਇੱਕ ਵਾਰ ਹੋਰ ਗੱਲ ਦੱਸਦਾ ਕਿ ਮੈਂ ਬਹੁਤ ਟਰਾਂਸਪੋਰਟਰ ਨੂੰ ਜਾਣਦਾ, ਮੇਰੇ ਵੀਰ ਸਤਿਕਾਰਯੋਗ ਨੇ, ਵਧੀਆ ਗੱਲ ਹੈ ਕਿ ਆਪ ਟਰਾਂਸਪੋਰਟਰ ਨੇ ਕੰਮ ਬਿਜ਼ਨਸ ਕੋਈ ਵੀ ਹੋਵੇ ਬਿਜ਼ਨਸ ਕਰਨਾ ਚਾਹੀਦਾ, ਪਰ ਜਿਹੜੇ ਟਰਾਂਸਪੋਰਟਰ ਸੀਗੇ ਮੇਰੇ ਵੀਰ ਨੂੰ ਇਹ ਪਤਾ ਨਹੀਂ ਹੁਣ ਇਹਨਾਂ ਨੂੰ ਅੱਜ ਸਰਕਾਰ ਹੈ ਐਮਐਲਏ ਨੇ ਮੰਨਣਾ ਨਹੀਂ। ਜਿੰਨੇ ਖੁਸ਼ ਟਰਾਂਸਪੋਰਟਰ ਅਕਾਲੀ ਸਰਕਾਰ ਵੇਲੇ ਸੀ ਉਹ ਤੋਂ ਕਿੰਨੇ ਜਾ ਕੇ ਆ ਕੇ ਦੁਖੀ ਹੋਏ ਪਹਿਲਾਂ ਕਾਂਗਰਸ ਸਰਕਾਰ ਵੇਲੇ, ਤੇ 2 ਮਹੀਨੇ ਦੇ ਵਿੱਚ ਹੁਣ ਜਿਹੜੇ ਟਰਾਂਸਪੋਰਟਰ ਨੇ ਤਾਹਾਂ ਮਾਰ ਕੇ ਰੋ ਰਹੇ ਨੇ ਪੰਜਾਬ ਦੇ ਵਿੱਚ। ਚਲੋ ਮੈਂ ਵਾਪਸ ਕਿਹੜੀ ਸਰਕਾਰ ਆ ਗਈ ਤਾਹਾਂ ਮਾਰ ਕੇ ਰੋ ਰਹੇ ਜਸਵੀਰ ਜੀ, ਤੁਹਾਨੂੰ ਇਹ ਗੱਲ ਮੰਨਣੀ ਪੈਣੀ ਹੈ। ਚੰਦਰ ਸਾਹਿਬ ਵਾਪਸ ਆ ਜਾਊਗਾ ਸਰ, ਵਾਪਸ ਆ ਜਾਊਗਾ, ਕੋਈ ਸੁਣਵਾਈ ਨਹੀਂ ਹੋ ਰਹੀ, ਬਿਲਕੁਲ ਵੀ ਵਾਪਸ ਆ ਜਾਊਗਾ। ਪ੍ਰਵੀਨ ਸ਼ਰਮਾ ਮੇਰੀ ਆਵਾਜ਼ ਜੇ ਤੁਹਾਡੇ ਤੱਕ ਪਹੁੰਚ ਰਹੀ ਹੈ, ਆਪਦੇ ਆਪ ਨੂੰ ਅਨਮਿਊਟ ਕਰ ਲਿਓ। ਪ੍ਰਵੀਨ ਸ਼ਰਮਾ ਸਵਾਲ ਇਹ ਹੈ, ਤੁਹਾਡੇ ਡਿਪਾਰਟਮੈਂਟ ਦੇ ਵਿੱਚ ਐਡਾ ਵੱਡਾ ਫੈਸਲਾ ਹੋਇਆ, ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ, ਤੁਸੀਂ ਇਸ ਦਾ ਵੈਲਕਮ ਕਰਦੇ ਹੋ ਪ੍ਰਵੀਨ ਸ਼ਰਮਾ? ਸਰ ਗੱਲ ਆਵਾਜ਼ ਆ ਰਹੀ ਹੈ ਮੇਰੀ ਜੀ? ਬਿਲਕੁਲ ਆ ਰਹੀ, ਬੋਲੋ ਬੋਲੋ। ਸਰ ਗੱਲ ਏਦਾਂ ਆ, ਹੁਣੇ ਗਿੱਲ ਸਾਹਿਬ ਨੇ ਕੁਝ ਸਟੇਟਮੈਂਟ ਦਿੱਤੀ, ਬਾਕੀ ਸਾਥੀ ਨੇ ਕੁਝ ਕਿਹਾ ਨਾ। ਤੁਸੀਂ ਇੱਕ ਗੱਲ ਇਹ ਦੇਖੋ, ਉਹਨਾਂ ਨੇ ਇਹਨਾਂ ਵਿੱਚ ਸਾਰੇ ਬੰਦੇ ਦੇ ਜੀ ਕੋਈ 30 ਬੱਸਾਂ ਦਾ ਮਾਲ ਗਿਆ, ਕੋਈ 50 ਬੱਸਾਂ ਦਾ ਮਾਲ ਗਿਆ, ਕੋਈ 100 ਬੱਸਾਂ ਦਾ ਮਾਲ ਗਿਆ, ਤੇ ਪਿੱਛੇ ਨੂੰ ਰੌਲਾ ਪਿਆ ਸੀ ਵੀ ਅਕਾਲੀ ਦਲ ਦੇ ਜੋ ਸਰਪ੍ਰਸਤ ਹੈ ਜਾਂ ਬਾਦਲ ਸਾਹਿਬ ਉਹਨਾਂ ਦੇ ਸੈਂਕੜੇ ਬੱਸਾਂ ਆ। ਹੁਣ ਜਿਹੜਾ ਬੰਦਾ ਆਪ ਪ੍ਰਾਈਵੇਟ ਬੱਸਾਂ ਦਾ ਕਾਰੋਬਾਰ ਕਰਦਾ ਆ, ਉਹ ਸਰਕਾਰੀ ਬੱਸ ਨੂੰ ਕਿਵੇਂ ਚੱਲਣ ਦੇ ਸਕਦਾ ਹੈਗਾ? ਜੇ ਸਰਕਾਰੀ ਬੱਸ ਦੀ ਬੋਲੋ ਬੋਲੋ ਬੋਲੋ। ਇਹ ਆਪਣਾ ਲੋਕਾਂ ਦੀ ਜਿਹੜੀ ਅੱਖਾਂ ਹੈ ਗੰਗਾਧਾਰੀ ਸ਼ਕਤੀਮਾਨ ਆ, ਇਹ ਜੋ ਪੋਲੀਟੀਕਲ ਸਿਸਟਮ ਹੈਗਾ ਲੋਕਾਂ ਨੂੰ ਦਿਖਾਉਣ ਦਾ ਕੁਛ ਹੈ। ਤੁਸੀਂ ਇੱਕ ਗੱਲ ਦੇਖੋ, ਪੰਜਾਬ ਰੋਡਵੇਜ਼ ਦੇ ਵਿੱਚ ਹਜ਼ਾਰਾਂ ਜਿਹੜੇ ਕੱਚੇ ਮੁਲਾਜ਼ਮ ਹੈਗੇ ਆ, ਉਹ ਮਤਲਬ ਕਿ 2 ਜੂਨ ਦੀ ਰੋਟੀ ਖਾਣ ਤੋਂ ਵੀ ਮੁਹਤਾਜ ਹੈਗੇ ਵੀਰ ਜੀ। ਤੇ ਜਦੋਂ ਭਗਵੰਤ ਮਾਨ ਸਰਕਾਰ ਆਈ ਨਹੀਂ ਸੀਗੀ, ਉਸ ਟਾਈਮ ਧਰਨੇ ਦੇ ਉੱਪਰ ਸਾਡੇ ਨਾਲ ਟਰੈਂਕਿਆਂ ਦੇ ਉੱਪਰ ਬੈਠੇ ਹੁੰਦੇ ਸੀਗੇ। ਤੇ ਜਿਹੜੇ ਅਸੀਂ ਕੱਚੇ ਕਾਮੇ ਹੈਗੇ ਆ, ਅਸੀਂ ਤੇ ਜਿਹੜੇ NRI ਬੰਦੇ ਆ, ਉਹਨਾਂ ਨੂੰ ਸਾਨੂੰ ਤੁਸੀਂ ਲਾ ਦਿਓ ਵੀ ਅਸੀਂ ਉਹਨਾਂ ਨੂੰ ਮੰਜ਼ਲਾਂ ਦੇ ਤੱਕ ਸਰ ਕਰਾਈਏ, ਉਹਨਾਂ ਨੂੰ 에ਅਰਪੋਰਟ ਤੱਕ ਛੱਡੀਏ, ਤੇ ਉਹ ਕਮਾਈਆਂ ਕਰਕੇ ਸਰਕਾਰ ਦੀ ਝੋਲੀ ਦੇ ਵਿੱਚ ਪਾਈਏ, ਤੇ ਸਾਨੂੰ ਆਪਣੀ ਮੰਜ਼ਿਲ ਤੱਕ ਕੌਣ ਪਹੁੰਚਾਵੇ ਆ ਭਾਈ ਸਾਹਿਬ? ਸਾਨੂੰ 35000 ਮੁਲਾਜ਼ਮਾਂ ਨੂੰ ਕੱਚਿਆਂ ਨੂੰ ਪੱਕਾ ਕਰਨ ਦੀ ਕਮਿਟਮੈਂਟ ਸਰਕਾਰ ਨੇ ਕੀਤੀ। ਤੇ ਹੁਣ ਪੰਜਾਬੀ ਦਾ ਟ੍ਰਿਬਿਊਨ ਵਿੱਚ ਇੱਕ ਖਬਰ ਲੱਗੀ ਸੀ, ਜੇ ਪੜ੍ਹੀ ਹੋਵੇ ਤੁਸੀਂ, ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਮੈਂ, ਕਿ ਉਸ ਦੇ ਵਿੱਚ ਡਾਟਾ ਨਿਕਲ ਕੇ ਆਇਆ ਵੀ ਅਸੀਂ 7-8000 ਬੰਦੇ ਨੂੰ ਰੈਗੂਲਰ ਕਰਨ ਦੇ ਬਾਰੇ ਸੋਚ ਰਹੇ ਹੈਗੇ ਆ, ਜੇ ਕੀਤਾ ਨਹੀਂਗਾ ਸੋਚ ਰਹੇ ਹੈਗੇ ਆ। ਤੇ ਹੁਣ ਜਿਹੜਾ ਬੇਸ ਹੈਗਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਬੇਰੋਜ਼ਗਾਰੀ ਵਿੱਚ ਪਿਸਦਾ ਪਿਆ ਆ। ਇਹ ਸਟੇਟਮੈਂਟ ਦੇਣੀ ਕਿ ਬਾਹਰ ਤੋਂ ਗੋਰੇ ਇੱਥੇ ਆ ਕੇ ਨੌਕਰੀਆਂ ਪ੍ਰਵੀਨ ਜੀ ਕਦੋਂ ਤੋਂ ਕੱਚੇ ਹੋ ਤੁਸੀਂ, ਕਦੋਂ ਤੋਂ ਠੇਕੇ ਤੇ ਰੱਖਿਆ ਹੋਇਆ ਤੁਹਾਨੂੰ ਇੱਥੇ? ਵੀਰ ਜੀ 20 ਸਾਲਾਂ ਤੋਂ ਲੋਕ ਨਾ 2-2000 3-3000 5-5 7-7 ਉਹਨਾਂ ਸਰਕਾਰਾਂ ਨੇ ਕੀਤਾ ਨਹੀਂਗਾ। ਪ੍ਰਵੀਨ ਸ਼ਰਮਾ ਹੁਣ ਤੁਸੀਂ 3 ਮਹੀਨਿਆਂ ਚ ਕਿਹਨੇ ਸਰਕਾਰੇ ਕਰ ਦੇਵੇ? ਅਸੀਂ ਤੇ ਕਹਿ ਰਹੇ ਆ ਨਾ ਜੀ ਵੀ ਗੰਗਾਧਾਰੀ ਸ਼ਕਤੀਮਾਨ ਆ। ਬਾਦਲ ਸਾਹਿਬ ਨੇ ਪਹਿਲਾਂ 10 ਸਾਲ ਇੱਥੇ ਰੱਜ ਕੇ ਜਿਹੜੇ ਨੌਜਵਾਨਾਂ ਨੂੰ ਉਹਦਾ ਸ਼ੋਸ਼ਣ ਕੀਤਾ ਆ। ਲੰਬੀ ਵਿੱਚ ਕੋਈ ਦਿਨ ਨਹੀਂ ਜਾਂਦਾ ਜਿਹਦੇ ਲਾਠੀਆਂ ਨਹੀਂ ਪੈਂਦੀਆਂ। ਉਸ ਤੋਂ ਬਾਅਦ ਪਟਿਆਲੇ ਦਾ ਕੈਪਟਨ ਅਮਰਿੰਦਰ ਸਿੰਘ ਇੱਥੇ ਧਰਨਿਆਂ ਦਾ ਸ਼ਹਿਰ ਬਣਿਆ ਰਿਹਾ ਆ, ਤੇ ਹੁਣ ਇਹ ਸੰਗਰੂਰ ਦੀ ਵਾਰੀ ਹੈਗੀ ਆ, ਤੇ ਇਹ ਵੋਟਾਂ ਆ ਲੈਣ ਦਿਓ ਹੁਣ। ਨਹੀਂ ਤੁਹਾਨੂੰ ਪੱਕਾ ਕਿਉਂ ਨਹੀਂ ਕਰਨਾ ਚਾਹੁੰਦੇ? ਇਹਨਾਂ ਨੂੰ ਨੁਕਸਾਨ ਕੀ ਹੈ ਤੁਹਾਨੂੰ ਪੱਕਾ ਕਰਨ ਦੇ ਵਿੱਚ? ਸਰ ਮੈਂ ਉਹੀ ਗੱਲ ਕਹਿਣਾ ਵੀ ਹੁਣ ਇਹ ਇੱਕ ਮਾਫੀਆ ਸਰਕਾਰ ਨੂੰ ਚਲਾ ਰਿਹਾ ਆ। ਤੁਸੀਂ ਗੱਲ ਦੇਖੋ, ਇਹ ਆਪ ਦੇ ਮੰਨਦੇ ਪਿਆ ਵੀ ਮੇਰੀ 30 ਬੱਸਾਂ ਆ, ਮੇਰੀ 50 ਬੱਸਾਂ ਆ। ਜੇ ਇੱਥੇ ਜਿਹੜੇ ਕੱਚੇ ਨੌਜਵਾਨ ਆ ਉਹ ਪੱਕੇ ਹੋ ਜਾਂਦੇ ਆ ਰੋਡਵੇਜ਼ ਦੇ ਵਿੱਚ, ਤੇ ਰੋਡਵੇਜ਼ ਨੂੰ ਚਲਾਣਾ ਨਹੀਂ ਚਾਹੁੰਦੇ ਆ ਵੀਰ ਜੀ। ਜੇ ਰੋਡਵੇਜ਼ ਨੂੰ ਚਲਾਣਾ ਚਾਹੁੰਦੇ ਆ, ਕੱਚਿਆਂ ਨੂੰ ਪੱਕੇ ਕਰੋ ਤੁਸੀਂ। ਚਲੋ ਮੈਂ ਆ ਰਿਹਾ ਤੁਹਾਡੇ ਤੋਂ ਇਸੇ ਸਵਾਲ ਤੇ ਵਾਪਸ ਆ ਰਿਹਾ। ਬੱਸਾਂ ਕਿਵੇਂ ਚੱਲਣਗੀਆਂ? ਪ੍ਰਵੀਨ ਸ਼ਰਮਾ ਸਰਕਾਰੀ ਸਕੂਲ ਨੇ, ਸਰਕਾਰੀ ਹਸਪੀਟਲ ਕਿਵੇਂ ਚੱਲਣਗੇ ਜੇ ਉਹਦੇ ਸਟਾਫ ਪੱਕਾ ਹੋਵੇ? ਪ੍ਰਵੀਨ ਸ਼ਰਮਾ ਤੁਹਾਡੇ ਇਸੇ ਸਵਾਲ ਤੇ ਵਾਪਸ ਆ ਰਿਹਾ। ਮੈਂ ਐਮਐਲਏ ਸਾਹਿਬ ਤੋਂ ਇਸੇ ਸਵਾਲ ਦਾ ਜਵਾਬ ਲਵਾਂਗਾ। ਵਾਪਸ ਆ ਰਿਹਾ, ਮੈਂ ਇੱਕ ਛੋਟਾ ਬ੍ਰੇਕ ਲਵਾਂਗਾ ਤੇ ਵਾਪਸ ਆ ਕੇ ਇਹੀ ਸਵਾਲ ਹੋਵੇਗਾ, ਟਰਾਂਸਪੋਰਟ ਮਾਫੀਆ ਮੁੱਖ ਕਿਵੇਂ ਜਾਵੇਗਾ? ਸਵਾਲ ਇਹੀ ਹੈ। ਵਾਪਸ ਆ ਰਿਹਾ। एक बार फिर थोड़ा स्वागत करते हैं। बड़ा सवाल ये पूछ रहे हैं, पंजाब तो दिल्ली एयरपोर्ट तक वोल्वो बसां नूं हरी झंडी दिखाना क्रांतिकारी कदम किवें? ਗਿੱਲ ਸਾਹਿਬ ਪ੍ਰਵੀਨ ਸ਼ਰਮਾ ਦਾ ਸਵਾਲ ਬੜਾ ਸਿੱਧਾ ਹੈ ਤੇ ਉਸ ਸਵਾਲ ਦੇ ਨਾਲ ਇਹ ਹੈ ਕਿ ਤੁਹਾਡੀ 3 ਮਹੀਨੇ ਹੋਏ ਸਰਕਾਰ ਬਣੀ ਨੂੰ, ਇੱਕੋਦਮ ਤੁਹਾਡੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਗੀ, ਪਰ ਸਵਾਲ ਇਹ ਹੈ, ਉਹ ਕਹਿੰਦੇ ਕਿ ਮਾਫੀਆ ਕੋਈ ਕੰਟਰੋਲ ਕਰਦਾ ਪਿਆ, ਇਸ ਲਈ ਸਾਨੂੰ ਪੱਕਾ ਕਰਨ ਦੀ ਕੋਈ ਹਿੰਮਤ ਨਹੀਂ ਕਰਦਾ ਪਿਆ। ਮਿਸਟਰ ਗਿੱਲ, ਪਹਿਲੀ ਗੱਲ ਆ ਸਤਿਕਾਰਯੋਗ ਆ ਵੀਰ ਮੇਰਾ, 20 ਸਾਲ ਦੀ ਜਿਹੜੀ ਕਾਲੋ ਲੱਗੀ ਹੋਵੇ ਨਾ ਉਹ 2 ਮਹੀਨਿਆਂ ਚ ਸਾਫ਼ ਨਹੀਂ ਹੁੰਦੀ।
ਰਿਹਾ। ਔਰ ਰਹੀ ਵੱਡੀ ਗੱਲ ਰੋਡਵੇਜ਼ ਦੀ, ਇੱਕੋ ਇੱਕ ਇਨਸਾਨ ਹੋਊਗਾ ਪ੍ਰਾਈਵੇਟ ਆਪਰੇਟਰ ਜਿਹੜਾ ਰੋਡਵੇਜ਼ ਦੀਆਂ ਬੱਸਾਂ ਨੂੰ ਪੁੱਛਦਾ ਹੋਵੇ ਵੀ ਸਵਾਰੀਆਂ ਖੜੀਆਂ ਸੀ ਤੂੰ ਕਿਉਂ ਨਹੀਂ ਚੱਕੀਆਂ। ਕਾਰਨ ਪਤਾ ਕੀ ਆ? ਦੇਖੋ ਜੀ ਭਰਾ ਮੇਰਾ ਬੇਟਾ ਗੁੱਸਾ ਨਾ ਕਰਿਓ, ਮੈਂ ਓਪਨਲੀ ਗੱਲ ਕਰੂੰਗਾ। ਜਿਹੜਾ ਮਾਫੀਆ ਟਾਈਪ ਆ, ਜੀ ਜੀ ਹੈਲੋ ਬੋਲੋ 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 ਗਿੱਲ ਸਾਹਿਬ ਬੋਲੋ। ਜਿਹੜਾ ਮਾਫੀਆ ਸੀਗਾ ਜੀ, ਉਹਨੇ ਸਾਰੀ ਟਰਾਂਸਪੋਰਟ ਠੇਕੇ ਤੇ ਦਿੱਤੀ, ਭਰਾ ਮੇਰਾ ਜਾਣਦਾ ਹੋਣਾ, ਠੀਕ ਹੈ। ਬਾਅਦ ਚ ਮੇਰੀ ਪਹਿਲਾਂ ਗੱਲ ਸੁਣ। ਔਰ ਹਰੇਕ ਬੱਸ ਵਾਲੇ ਨੂੰ ਜਦੋਂ ਗਵਰਨਮੈਂਟ ਦਾ ਟਾਈਮ ਲੱਗਦਾ ਸੀ, ਉਹਨੂੰ ਕੁਛ ਨਾ ਕੁਛ ਦੇ ਕੇ 5-10 ਮਿੰਟ ਪ੍ਰਾਈਵੇਟ ਨੂੰ ਛੱਡ ਕੇ ਜਾਂਦੇ ਰਹੇ, ਠੀਕ ਹੈ ਜੀ। ਮੈਂ ਕਈ ਜਗ੍ਹਾ ਤੇ ਬੱਸਾਂ ਰੋਕਦਾ, ਪਿੱਛੇ ਸਵਾਰੀ ਕਿਉਂ ਲਾਈ? ਇਹਦਾ ਮਤਲਬ ਤੂੰ ਪ੍ਰਾਈਵੇਟ ਦਾ ਕੁਛ ਇੰਟਰਸਟ ਆ, ਤੂੰ ਕਿਉਂ ਨਹੀਂ ਅੱਡੇ ਤੇ ਬੱਸ ਰੋਕੀ, ਕਿਉਂ ਨਹੀਂ ਸਵਾਰੀਆਂ ਚੱਕੀਆਂ? ਕੋਈ ਪ੍ਰਾਈਵੇਟ ਆਪਰੇਟਰ ਨਹੀਂ ਏਦਾਂ ਕਰਦਾ। ਭਾਈ ਮੈਂ NRI ਆ, NRI ਨੇ ਆ ਕੇ ਬਿਜ਼ਨਸ ਇੱਥੇ ਕੀਤੇ ਆ। ਅਸੀਂ ਕੋਈ ਲੁਟੇਰੇ ਨਹੀਂਗੇ, ਬਿਜ਼ਨਸ ਕਰਨਾ ਕੋਈ ਪਾਪ ਨੀਗਾ, ਠੀਕ ਹੈ। ਜੇ ਆਪਾਂ ਕਹੀਏ ਨਾ ਜਿਹੜਾ ਬੰਦਾ ਬਿਜ਼ਨਸ ਕਰਦਾ ਉਹ ਪਾਪ ਇਹ ਆ ਦੂਜਿਆਂ ਦਾ ਹੱਕ ਮਾਰ ਕੇ ਆਪ ਖਾਣਾ, ਪਾਪ ਉਹ ਆ, ਠੀਕ ਹੈ। ਬਾਕੀ ਜਿਹੜੀ ਇਹਨਾਂ ਦੀ ਗੱਲ ਪੱਕੇ ਕਰਨੇ ਦੀ, ਅਸੀਂ ਜ਼ਰੂਰ ਪੱਕੇ ਕਰਾਂਗੇ। ਸਾਨੂੰ ਚਿੰਤਾ ਆ, ਸਾਡੇ ਭਰਾ ਆ, ਕਿਤੋਂ ਬਾਹਰੋਂ ਨਹੀਂ ਆਏ, ਹਮੇਸ਼ਾ ਅਸੀਂ ਇਹਨਾਂ ਦੇ ਹੱਕ ਲਈ ਖੜੇ ਆ। ਗਿੱਲ ਸਾਹਿਬ ਇਹਨਾਂ ਸਵਾਲ ਇਹ ਹੈ ਕਹਿੰਦੇ ਜਦੋਂ ਸਾਡੀ ਡਿਮਾਂਡ ਰੱਖੀ ਸੀ ਅਸੀਂ ਚੋਣਾਂ ਤੋਂ ਪਹਿਲਾਂ, ਉਹ ਤੁਸੀਂ ਕਿਹਾ ਸੀ ਸਾਰਿਆਂ ਨੂੰ ਕਰਾਂਗੇ ਅਸੀਂ, ਹੁਣ ਉਹ ਕਹਿੰਦੇ ਆ ਕਿ ਸਾਨੂੰ ਸੂਚਨਾ ਮਿਲ ਰਹੀ ਹੈ ਕਿ 7-8 ਹਜ਼ਾਰਾਂ ਨੂੰ ਕਰੋਗੇ। ਉਹ ਵੀ ਕਹਿੰਦੇ ਵੀ ਸੈਲਰੀਆਂ ਉਸ ਮੁਤਾਬਕ ਨਹੀਂ ਮਿਲ ਰਹੀਆਂ ਜੋ ਤੁਸੀਂ ਪ੍ਰੋਮਿਸ ਕੀਤੇ ਆ। ਦੇਖੋ ਜੀ, ਜਦੋਂ ਟਰਾਂਸਪੋਰਟ ਨੂੰ ਹੱਲੇ ਤਾਂ ਅਸੀਂ ਥੰਮੀਆਂ ਤੋਂ ਲਾ ਕੇ ਪੱਕੇ ਫਾਊਂਡੇਸ਼ਨ ਉਹਦੀ ਸਟਰੋਂਗ ਕਰ ਰਹੇ ਆ, ਸਾਰਾ ਕੁਝ ਕਰਾਂਗੇ। ਇਨਕਮ ਸੋਰਸ ਵੀ ਹੈ, ਇਹਨਾਂ ਨੂੰ ਤਨਖਾਹ ਵੀ ਦੇਣੀਆਂ, ਬੈਨੀਫਿਟ ਵੀ ਦੇਣੇ ਆ ਵੀਰ ਮੇਰਿਆਂ ਨੂੰ। ਲੇਕਿਨ ਆ ਹੁਣ ਬੌਡੀਆਂ ਵਧਾਈਆਂ ਇੰਨੀਆਂ, ਤੁਸੀਂ ਯਕੀਨ ਕਰੋਗੇ 800 ਬੱਸ ਪਾਈ ਆ। ਅਸੀਂ ਨਹੀਂ ਕਹਿ ਰਹੇ, ਇਹਨਾਂ ਦੇ ਮੁਲਾਜ਼ਮ ਕਹਿ ਰਹੇ ਸਾਡੇ ਕੋਲ ਆ ਕੇ ਜੀ ਪੀਪੇ ਆ ਇਹਨਾਂ ਦੇ ਵਿੱਚ ਥਰਮੋਕਲਿਨ ਨਹੀਂ ਉੱਤੇ ਕੋਈ ਵੀ ਫਿੱਟ ਕੀਤਾ, ਇਹ ਖੜਕ ਗਈਆਂ, ਕਿਤੇ ਸ਼ੀਸ਼ਾ ਡਿੱਗ ਪੈਂਦਾ, ਇਹ ਹੀ ਦੱਸਦੇ ਆ। ਜਿਹੜਾ ਸਿਸਟਮ ਵਿਕਦਾ ਹੋਇਆ ਵੀਰ ਮੇਰਾ ਹੌਸਲਾ ਰੱਖੋ, ਤੁਹਾਨੂੰ ਪੱਕੇ ਅਸੀਂ ਕਰਾਂਗੇ। ਠੀਕ ਹੈ। ਪ੍ਰਵੀਨ ਸ਼ਰਮਾ ਤੁਹਾਨੂੰ ਭਰੋਸਾ ਹੈਗਾ MLA ਸਾਹਿਬ ਉੱਤੇ? ਉਹ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ, ਵਿਸ਼ਵਾਸ ਰੱਖੋ। ਤੁਹਾਡੀ ਕੈਬਨਿਟ ਮੰਤਰੀਆਂ ਨਾਲ ਬੈਠਕਾਂ ਵੀ ਚੱਲਦੀਆਂ ਪਈਆਂ ਲਗਾਤਾਰ। ਵੀਰ ਜੀ ਗੱਲ ਏਦਾਂ ਆ, ਹੁਣ ਮੈਂ ਬਿਮਾਰ ਆ ਜੀ, ਤੇ ਡਾਕਟਰ ਬੈਠਾ ਮੇਰੇ ਕੋਲੋਂ ਮਤਲਬ ਕਿ 100 ਕਿਲੋਮੀਟਰ ਦੂਰ, ਤੇ ਉਹ ਮੇਰੀ ਬਿਮਾਰੀ ਹੀ ਨਹੀਂ ਪੁੱਛ ਰਿਹਾ ਤੇ ਉਹ ਆਪਣੇ ਆਪ ਇਲਾਜ ਕਿਵੇਂ ਕਰ ਦੇਗਾ? ਉਸ ਨੂੰ ਕੀ ਪਤਾ ਮੇਰੇ ਢਿੱਡ ਵਿੱਚ ਦਰਦ ਹੈ ਕਿ ਮੇਰੀ ਬਾਂਹ ਦੁਖਦੀ ਹੈ ਕਿ ਕੀ ਪ੍ਰੋਬਲਮ ਆ। ਉਹ ਕਹਿ ਰਿਹਾ ਤੁਹਾਡਾ ਆਪਰੇਸ਼ਨ ਕਰ ਦਾਂਗੇ। ਵੀਰ ਜੀ ਅਗਰ ਸਰਕਾਰ ਐਕਚੁਅਲ ਦੇ ਵਿੱਚ ਕੁਝ ਕਰਨਾ ਚਾਹੁੰਦੀ ਆ, ਜਿਨ੍ਹਾਂ ਲੋਕਾਂ ਨੂੰ ਪ੍ਰੋਬਲਮ ਹੈ, ਸਾਡੇ ਨਾਲ ਇੱਕ ਮੀਟਿੰਗ ਸਰਕਾਰ ਨੇ ਨਹੀਂ ਕੀਤੀ ਹੈਗੀ ਹੁਣ ਤੱਕ। ਤੁਸੀਂ ਸਾਨੂੰ ਸੁਣੋ ਤੇ ਸਹੀ ਨਾ, ਸਾਡੀ ਕੀ ਪ੍ਰੋਬਲਮ ਹੈ, ਅਸੀਂ ਕਦੋਂ ਤੱਕ। ਅੱਜ ਧੰਨਵਾਦ ਹੈ ਤੁਹਾਡਾ ਵੀ MLA ਸਾਹਿਬ, ਇਸ ਡਿਬੇਟ ਰਾਹੀਂ ਸਾਡੀ ਗੱਲ ਸੁਣ ਰਹੇ ਆ, ਸ਼ਾਇਦ ਇਸ ਚੈਨਲ ਰਾਹੀਂ ਸਾਡੀ ਗੱਲ ਸਰਕਾਰ ਤੱਕ ਪਹੁੰਚੇ। MLA ਸਾਹਿਬ ਨੂੰ ਬੇਨਤੀ ਹੈ ਵੀ ਜੋ ਅਸੀਂ 20 ਸਾਲਾਂ ਤੋਂ 25 ਸਾਲਾਂ ਤੋਂ ਲੋਕ ਸੰਦਾਪ ਬਣਾ ਰਹੇ ਆ, ਉਹਨਾਂ ਦੀ ਇੱਕ ਵਾਰ ਸੁਣ ਲਿਓ ਯਾਰ, ਜਦ ਹੱਲ ਹੋਏਗਾ ਉਸ ਟਾਈਮ ਕਰ ਦਿਓ। ਚਲੋ ਠੀਕ ਹੈ ਪ੍ਰਵੀਨ ਸ਼ਰਮਾ। ਚਿੰਜਰ ਸਾਹਿਬ, ਇਹਨਾਂ ਨੂੰ ਪੱਕੇ ਕਿਉਂ ਨਹੀਂ ਕੀਤਾਗਾ? ਇਹਨਾਂ ਨੇ ਸਾਲਾਂ ਦੇ ਕੱਚੇ ਮੁਲਾਜ਼ਮ ਹੈ, ਇਹ ਤਾਂ ਕਹਿ ਰਹੇ ਕੋਈ ਮਾਫੀਆ ਕੰਟਰੋਲ ਕਰਦਾ ਪਿਆ, ਸਿੱਧਾ ਇਲਜ਼ਾਮ ਲਾਉਂਦੇ ਪਿਆ। 10 ਸਾਲ ਸਰਕਾਰ ਤੁਸੀਂ ਚਲਾ ਲਈ, 5 ਸਾਲ ਕਾਂਗਰਸ ਨੇ ਚਲਾ ਲਈ। ਚਿੰਜਰ ਸਾਹਿਬ ਪੱਕੇ ਹੁਣ ਤਾਂ ਗੱਲ ਪੱਕੇ ਕਰਨ ਦੀ ਆ, ਰੱਖੇ ਕਿਹਨਾਂ ਨੇ ਸੀ? ਰੱਖੇ ਤਾਂ ਸ਼੍ਰੋਮਣੀ ਅਕਾਲੀ ਦੀ ਸਰਕਾਰ ਵੇਲੇ ਸਾਰੇ ਜ਼ਿਆਦਾਤਰ ਮੁਲਾਜ਼ਮ ਨੇ ਜਿਹੜਾ ਰੁਜ਼ਗਾਰ ਸੀ ਸ਼੍ਰੋਮਣੀ ਅਕਾਲੀ ਦੀ ਸਰਕਾਰ ਵੇਲੇ ਦਿੱਤਾ ਗਿਆ ਸੀ। ਉਹ ਤੋਂ ਬਾਅਦ 5 ਸਾਲ ਕਾਂਗਰਸ ਦੇ ਲੰਘੇ, ਉਹਨਾਂ ਨੇ ਕੁਝ ਨਹੀਂ ਕੀਤਾ। ਹੁਣ ਆਮ ਆਦਮੀ ਪਾਰਟੀ ਆ ਗਈ। MLA ਸਾਹਿਬ ਗਿੱਲ ਸਾਹਿਬ ਬੈਠੇ ਨੇ, ਕਾਰਯੋਗ ਨੇ। ਤੁਸੀਂ ਇਹ ਗੱਲ ਦੱਸੋ ਕਿ ਜਦੋਂ ਕੇਜਰੀਵਾਲ ਜੀ ਦਿੱਲੀ ਤੋਂ ਆ ਜਾਂਦੇ ਨੇ, ਉਹਨਾਂ ਨੂੰ ਦਿੱਲੀ ਤੋਂ ਟੈਂਕੀ ਤੇ ਚੜੀ ਹੋਈ ਇੱਕ ਕੁੜੀ ਹੈ ਜਿਹੜੀ ਉਹ ਦਿਖ ਜਾਂਦੀ ਆ, ਤੇ ਉਸ ਨੂੰ ਆ ਕੇ ਅਨਾਉਂਸਮੈਂਟ ਕਰਦੇ ਨੇ ਕਿ ਥੱਲੇ ਆ ਜਾਓ, ਸਾਡੀ ਸਰਕਾਰ ਬਣਨ ਵਾਲੀ ਹੈ, ਅਸੀਂ ਤੁਹਾਡਾ ਮਸਲਾ ਹੱਲ ਕਰ ਦਾਂਗੇ। ਤੇ ਹੁਣ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਉਹਨੂੰ ਮਿਲ ਕੇ ਰਾਜੀ ਨਹੀਂ। ਪਹਿਲਾਂ ਤੁਹਾਨੂੰ ਟੈਂਕੀਆਂ ਦੇ ਚੜੇ ਜਿਹੜੇ ਟੀਚਰ ਸੀ, ਹਰ ਮੁਲਾਜ਼ਮ ਸੀ, ਉਹ ਦਿਖ ਜਾਂਦਾ ਸੀ। ਚਿੰਜਰ ਸਾਹਿਬ ਤੁਸੀਂ ਕਦੇ ਇਹਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ? ਕਦੇ ਇਹਨਾਂ ਦੇ ਪਿੱਛੇ ਗਏ ਹੋ ਤੁਸੀਂ ਉਹ ਦੱਸ ਦਿਓ ਨਾ। ਜੇ ਤੁਹਾਨੂੰ ਇੰਨਾ ਹੀ ਤੁਹਾਨੂੰ ਹੇਜ ਆਉਂਦੀ ਇਹਨਾਂ ਦੀ ਵੀ ਹਾਂ ਇਹ ਪੱਕੇ ਹੋਣੇ ਚਾਹੀਦੇ, ਤੁਸੀਂ ਇਹਨਾਂ ਨੂੰ ਕੱਚੇ ਰੱਖੇ ਸੀਗੇ, ਸਰ ਕਦੇ ਇਹਨਾਂ ਲਈ ਮੋਰਚਾ ਲਾਇਆ ਤੁਸੀਂ? ਕਦੇ ਗੱਲ ਕੀਤੀ ਹੈ? ਸਰ ਬਥੇਰੇ ਅਸੀਂ ਤਾਂ ਹਰੇਕ ਰੋਜ਼ ਆਵਾਜ਼ ਚੱਕਦੇ ਆ। 5 ਸਾਲ ਪਹਿਲਾਂ ਵੀ ਧਰਨੇ ਲਾਉਂਦੇ ਰਹੇ ਆ ਤੇ ਹੁਣ ਵੀ ਲਾ ਰਹੇ ਆ। ਇਹਨਾਂ ਦੇ ਹੱਕ 'ਚ ਸਰ ਟਰਾਂਸਪੋਰਟ ਦੇ ਮਾਮਲੇ ਵਿੱਚ, ਬੱਸਾਂ ਦੇ ਮਾਮਲੇ ਵਿੱਚ ਜੇ ਠੇਕੇ ਤੇ ਮੁਲਾਜ਼ਮ ਭਰਤੀ, ਕਦੇ ਇਹਨਾਂ ਦੀ ਗੱਲ ਕੀਤੀ ਹੈ ਸਰ ਤੁਸੀਂ ਚਿੰਜਰ ਸਾਹਿਬ? ਉਹ ਕੌਣ ਕਰਦਾ? ਆਪੋਜੀਸ਼ਨ ਦੀ ਗੱਲ ਕਰਨੀ ਹੈ। ਅਸੀਂ ਤਾਂ ਆਵਾਜ਼ ਚੱਕਦੇ ਆ ਕਿ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ। ਸਰਕਾਰ ਜਿੱਥੇ ਕਹਿਣਗੇ ਤਾਂ ਧਰਨਾ ਲਾਉਣ ਵੀ ਤਿਆਰ ਹੈ। ਪ੍ਰਵੀਨ ਸ਼ਰਮਾ ਇਹਨਾਂ ਨੇ ਕਦੇ ਗੱਲ ਕੀਤੀ ਤੁਹਾਡੀ ਅਕਾਲੀ ਦਲ ਨੇ, ਕਾਂਗਰਸ ਨੇ? ਪ੍ਰਵੀਨ ਸ਼ਰਮਾ
ਸਰ ਇਹ ਸਾਰਿਆਂ ਨੇ ਸਾਡੀ ਬੇੜੀਆਂ ਦੇ ਵਿੱਚ ਵੱਟੇ ਪਾਏ ਆ, ਕਿਹੜੇ ਮੂੰਹ ਨਾਲ ਗੱਲ ਕਰਨਗੇ ਸਾਹਿਬ। 10 ਸਾਲ ਅਸੀਂ ਲੰਬੀ ਕੁੱਟੇ ਹੈਗੇ ਆ, ਉੱਥੇ ਆਂਦੇ ਸਾਡੇ ਨਾਲ ਇੱਕ ਅੱਧੀ ਡਾਂਗ ਇਹਨਾਂ ਦੇ ਵੀ ਪੈਂਦੀ ਸੀ, ਮੰਨ ਲੈਂਦੇ ਵੀ ਇਹ ਬੰਦੇ ਸਾਡੇ ਹੱਕ ਵਿੱਚ ਹੈਗੇ ਆ, ਇਹਦੇ ਸਾਨੂੰ ਕੁੱਟਣ ਵਾਲੇ ਬੰਦੇ ਸਾਡੀ ਗੱਲ ਕਿਵੇਂ ਕਰ ਲੈਣਗੇ। ਭਾਰਤੀ ਸਾਹਿਬ ਆ ਦੇਖ ਲਓ, ਇਹ ਤੁਹਾਡੇ ਸਾਹਮਣੇ ਠੇਕਾ ਮੁਲਾਜ਼ਮ ਇਹ ਗੱਲ ਕਹਿ ਰਹੇ ਆ ਕਿ ਨਾ ਤੁਸੀਂ ਸੁਣੀ ਨਾ ਅਕਾਲੀ ਦਲ ਦੀ ਸਰਕਾਰ ਨੇ ਸੁਣੀ, ਇਹ ਕਿੱਥੇ ਜਾਣ। ਤੁਸੀਂ ਉਹਨੂੰ ਕਹਿੰਦੇ ਆਮ ਆਦਮੀ ਪਾਰਟੀ 3 ਮਹੀਨੇ ਸਾਰਾ ਕੁਝ ਕਰੀ ਜਾਵੇ। ਭਾਰਤੀ ਸਾਹਿਬ केपी साहब गल है, मैं शुरू च ये गल की सी भी एक माफिया सी जिहदा माफिया का 75% हिस्सा अकाली दल दा सी, 25% कैप्टन समर्थकों का सी। और ये हाथ कंगन को फारसी क्या, पढ़े लिखे को फारसी क्या। जदों ही राजा वड़िंग जी आए है, ट्रांसपोर्ट का महकमा उन्होंने मिलिया, उन्होंने 1 करोड़ रुपया रोज का प्रॉफिट च ले आंदा डिपार्टमेंट, 30 करोड़ रुपया हर महीने मिलने लग पिया। वो अकाली दल दे राज च क्यों नहीं मिलिया, वो कैप्टन साहब दे राज च क्यों नहीं मिलिया, क्योंकि रले हुए सी, कुछ आम आदमी पार्टी वाले भी रले हुए सी। और जदों वो प्रॉफिट आना शुरू हो गया तो फिर ये कहन लग पे जी सानू इन्होंने कोऑपरेट नहीं किया, सानू पता नहीं कई तरह के बहानेखोरी शुरू हो गई। ਭਾਰਤੀ ਸਾਹਿਬ ਤੁਸੀਂ ਕੈਪਟਨ ਅਮਰਿੰਦਰ ਤੇ ਇਲਜ਼ਾਮ ਲਾ ਕੇ ਆਪਦੇ ਆਪ ਨੂੰ ਸੁਰਖਰੂ ਤਾਂ ਨਹੀਂ ਕਰ ਸਕਦੇ ਨਾ। ਅਸੀਂ 111 ਦਿਨ ਦੀ ਸਰਕਾਰ ਦਾ ਰਿਪੋਰਟ ਕਾਰਡ ਮੰਗੀ ਜਾਈਏ। मैं ਉਹਦਾ ਜਵਾਬ ਦੇ ਰਿਹਾ केपी साहब कि ਜਦੋਂ ਇਹ ਕਰੋੜਾਂ ਰੁਪਈਆਂ ਦਾ ਪ੍ਰੋਫਿਟ ਕੱਢਿਆ ਰਾਜਾ ਵੜਿੰਗ ਜੀ ਨੇ, ਤਾਂ ਕਈ ਤਰ੍ਹਾਂ ਦੇ ਐਲੀਗੇਸ਼ਨ ਰਾਜਾ ਵੜਿੰਗ ਜੀ ਤੇ ਲਾਣ ਲੱਗ ਪਏ। ਔਰ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਨੂੰ ਉਹਦਾ ਕੋਈ ਜਵਾਬ ਨਹੀਂ ਆਇਆ ਵੀ ਇਹ ਪ੍ਰੋਫਿਟ ਕਿਉਂ ਆ ਗਿਆ, ਬਲਕਿ ਉਹਨਾਂ ਦਾ ਇਹ ਕਰਨ ਲੱਗ ਪਏ, ਇਹ ਧੱਕਾ ਕਰਨ ਲੱਗ ਪਏ ਮੁਲਾਜ਼ਮਾਂ ਨਾਲ, ਇਹ ਧੱਕਾ ਕਰਨ ਲੱਗ ਪਏ ਬੱਸਾਂ ਨਾਲ। ਇਹ ਫਿਰ ਆਪਾਂ ਆਮ ਆਦਮੀ ਪਾਰਟੀ ਲੈ ਕੇ, ਮੈਂ ਮੁਲਾਜ਼ਮਾਂ ਦੀ ਗੱਲ ਕਰਦਾ ਸਰ, ਆਪਾਂ ਆਮ ਆਦਮੀ ਪਾਰਟੀ ਚਲੇ ਜਾਂਦੇ ਆ। ਭਾਰਤੀ ਸਾਹਿਬ ਆਪਾਂ ਕਰ ਕੀ ਰਹੇ ਆ ਸਰ, ਬੱਸ ਦਾ ਪਹੀਆ ਆਪਾਂ ਗਲਤ ਘੁਮਾਵਾਂਗੇ ਸਰ, ਐਕਸੀਡੈਂਟ ਹੋ ਜਾਂਦਾ। ਭਾਰਤੀ ਸਾਹਿਬ ਜਦੋਂ ਮੁਲਾਜ਼ਮਾਂ ਵੱਲ ਧਿਆਨ ਉਦੋਂ ਹੀ ਹੋਏਗਾ ਜਦੋਂ ਆਪਣੇ ਕੋਲ ਬੈਲੈਂਸ ਹੋਊਗਾ। ਬੈਲੈਂਸ ਤਾਂ ਰਾਜਾ ਵੜਿੰਗ ਜੀ ਨੇ ਕੱਢਿਆ ਨਾ ਅਕਾਲੀ ਠੀਕ ਹੈ। ਮੈਂ ਕੋਸ਼ਿਸ਼ ਕਰਦਾ ਬੈਲੈਂਸ ਰਵੇ, ਸਟੀਅਰਿੰਗ ਮੇਰੇ ਹੱਥ ਵਿੱਚ ਹੈ, ਮੈਂ ਕੋਸ਼ਿਸ਼ ਕਰਦਾ ਬੈਲੈਂਸ ਰਵੇ, ਗੱਡੀ ਇੱਧਰ ਉੱਧਰ ਨਾ ਮੁੜ ਜਾਵੇ। ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਬ੍ਰੇਕ ਤਾਂ ਮਾਰਨੀ ਪੈਂਦੀ ਜੋ ਸਵਾਰੀ ਰੁਕੀ ਹੋਵੇ, ਪਰ ਸਵਾਰੀ ਦੀ ਸੁਣਦਾ ਕੌਣ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛਨੇ, ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਉਣਾ ਕ੍ਰਾਂਤੀਕਾਰੀ ਕਦਮ ਕਿਵੇਂ। ਗਿੱਲ ਸਾਹਿਬ ਇੱਕ ਮੈਨੂੰ ਚੀਜ਼ ਕਲੀਅਰ ਕਰ ਦਿਓ ਜਿਹੜੀ ਸ਼ਾਇਦ ਕਲੀਅਰ ਨਹੀਂ ਅਸੀਂ ਕਰ ਪਾ ਰਹੇ। ਇਹ ਅੜਿੱਕਾ ਕੀ ਹੈ ਸਰ? 에ਅਰਪੋਰਟ ਤੱਕ ਗੱਡੀ ਜਿਹੜੀ ਜਾਂਦੀ ਕਿਉਂ ਨਹੀਂ ਗਈ? ਹਾਈ ਕੋਰਟ ਦੀ ਕੋਈ ਗਾਈਡਲਾਈਨਸ ਹੈ, ਕੋਈ ਟਰਾਂਸਪੋਰਟ ਮਹਿਕਮੇ ਦੀ ਕੋਈ ਗਾਈਡਲਾਈਨਸ ਹੈ, ਕੋਈ ਸੈਂਟਰ ਗਵਰਨਮੈਂਟ ਦੀ ਕੋਈ ਗਾਈਡਲਾਈਨਸ ਹੈ? ਸਰ ਉਹ ਥੋੜਾ ਸਮਝਾ ਦਿਓ ਨਾ ਗਿੱਲ ਸਾਹਿਬ, ਕੁੰਡੀ ਕੀ ਹੈਗੀ ਹੈ? ਕੁੰਡੀ ਕੋਈ ਨਹੀਂ ਜੀ, ਇਹ 2 ਤਰ੍ਹਾਂ ਦੇ ਪਰਮਿਟ ਹੁੰਦੇ ਆ। ਹਾਂ, ਇੱਕ ਹੁੰਦੇ ਟੂਰਿਸਟ ਪਰਮਿਟ, ਜਿਹੜਾ ਇਹਨਾਂ ਦਾ ਸੀ, ਉਹਦਾ ਮਤਲਬ ਹੁੰਦਾ ਕਿ ਇੱਕ ਜਗ੍ਹਾ ਤੋਂ ਅਸੀਂ ਪੈਸੰਜਰ ਚੱਕੇ ਤਾਂ ਦੂਈ ਜਗ੍ਹਾ ਤੇ ਉਹਨੇ ਪੈਸੰਜਰ ਲਾਤੇ, ਰਸਤੇ 'ਚੋਂ ਕੋਈ ਆਪਾਂ ਸਵਾਰੀ ਨਹੀਂ ਚੁੱਕ ਸਕਦੇ। ਠੀਕ ਹੈ ਜੀ ਜੀ। ਜਿਹੜੇ ਪਰਮਿਟ ਗਵਰਨਮੈਂਟ ਕੋਲ, ਪੰਜਾਬ ਦੀ ਗਵਰਨਮੈਂਟ ਕੋਲ ਆ, ਇਹ ਉਹ ਪਰਮਿਟ ਆ, ਮੈਂ ਪੰਜਾਬੀ 'ਚ ਸਮਝਾ ਦਿੰਦਾ ਕਿ ਜਿੱਥੋਂ ਆਪਾਂ ਅੰਮ੍ਰਿਤਸਰੋਂ ਤੁਰੇ ਆ, ਆਪਾਂ ਜਲੰਧਰੋਂ ਵੀ ਸਵਾਰੀ ਚੱਕ ਸਕਦੇ, ਲੁਧਿਆਣੇ ਵੀ ਚੱਕ ਸਕਦੇ, ਰਾਜਪੁਰੇ ਤੋਂ ਵੀ ਚੱਕ ਸਕਦੇ, ਅੰਬਾਲੇ ਕੈਂਟ ਤੋਂ ਵੀ ਚੱਕ ਸਕਦੇ ਆ। ਇਹ ਸਾਰੇ ਇੱਕ ਪਰਮਿਟ ਦੀ 2 ਕੈਟਾਗਰੀ ਹੁੰਦੀ, ਇੱਕ ਟੂਰਿਸਟ ਹੁੰਦੇ ਆ, ਇੱਕ ਸਟੇਜ ਕੈਰੀਅਰ ਪਰਮਿਟ ਹੁੰਦੇ ਆ। ਇਹ ਹੈਗੇ ਸਟੇਜ ਕੈਰੀਅਰ ਪਰਮਿਟ। ਹਰੇਕ ਕੋਈ ਕਹੀ ਜਾਂਦਾ ਜੀ ਰਾਜੇ ਵੜਿੰਗ ਨੇ ਕਦੋਂ ਡਿਮਾਂਡ ਰੱਖੀ? ਸਿਰਫ 2 ਮਹੀਨੇ ਰਹਿ ਗਏ ਸੀ ਇਹਨਾਂ ਦੀ ਸਰਕਾਰ 'ਚ। ਜਿਹੜਾ ਪ੍ਰਕਿਰਿਆ ਸੀਗੀ, ਜੇ ਅਸੀਂ ਉਹਨੂੰ ਇਹਨੀ ਕਦੀ ਵੀ ਡਿਮਾਂਡ ਨਹੀਂ ਕੀਤੀ ਸੀ ਉਹਨਾਂ ਕੋਲ ਜਾ ਕੇ ਦਿੱਲੀ ਵਾਲਿਆਂ ਤੋਂ ਕਿ ਸਾਡੇ ਕੋਲ ਪਰਮਿਟ ਸਿਰਫ ਬੱਸ ਅੱਡੇ ਤੱਕ ਆ, ਸਾਨੂੰ ਸਾਡੀ ਹੈਲਪ ਕਰੋ ਕਿ ਸਾਨੂੰ ਪਰਮਿਟ ਦਿਓ। ਜੇ ਐਕਸਟੈਂਸ਼ਨ ਲੈਂਦੇ 24 ਕਿਲੋਮੀਟਰ ਦੀ, ਉਹਦੇ ਨਾਲ ਵੀ ਤੁਰ ਨਹੀਂ ਜਾਂਦੇ ਸੀ, ਕਿਉਂਕਿ ਕਾਫੀ 24 ਕਿਲੋਮੀਟਰ ਤੋਂ ਬਹੁਤ ਵੱਡਾ ਏਰੀਆ ਪੈ ਜਾਂਦਾ ਸੀ। ਮੈਂ ਥੋੜਾ ਇਸ ਨੂੰ ਇਸ ਤਰੀਕੇ ਸਮਝਾਂ ਵੀ ਰਾਜਾ ਵੜਿੰਗ ਨੇ ਵੀ ਡਰਾਮਾ ਕਰ ਲਿਆ ਤੇ ਤੁਸੀਂ ਵੀ 에ਅਰਪੋਰਟ ਤੱਕ ਕਹਿਣ ਦਾ ਡਰਾਮਾ ਕਰ ਲਿਆ, ਇਹ ਸਮਝਾਂ? ਨਹੀਂ ਦੇਖੋ, 에ਅਰਪੋਰਟ ਤੇ ਰਸਤਾ ਹੋਈ ਹੈ 에ਅਰਪੋਰਟ ਤੋਂ, ਕਿਉਂਕਿ 에ਅਰਪੋਰਟ ਘੱਟੋ ਘੱਟ ਵੀ 6-7 ਕਿਲੋਮੀਟਰ ਦਾ ਏਰੀਆ, ਈਜ਼ੀ ਨੀਗਾ, ਛੋਟਾ 에ਅਰਪੋਰਟ ਤਾਂ ਹੈ ਨੀਗਾ। 에ਅਰਪੋਰਟ ਤੇ ਜਿੱਥੇ ਸਵਾਰੀਆਂ ਉਤਰਦੀਆਂ ਉਹ ਤੋਂ 2 ਕਿਲੋਮੀਟਰ ਪਿੱਛੇ ਆ, ਉੱਥੋਂ ਦਿੱਲੀ ਟਰਾਂਸਪੋਰਟ ਜਿਹੜੀ ਆ, ਸਾਡੇ ਦਿੱਲੀ ਟਰਾਂਸਪੋਰਟ, ਜਦੋਂ ਸਵਾਰੀ ਉਤਰੇਗੀ ਨਾਲ ਹੀ ਬੱਸ ਦਿੱਲੀ ਟਰਾਂਸਪੋਰਟ ਦੀ ਖੜੀ ਆ ਛੋਟੀ, ਉਹਦੇ ਵਿੱਚ ਸਮਾਨ ਰੱਖ ਕੇ। ਸਰ ਜਿਹੜਾ ਸਮਾਨ ਐਡਾ ਭਾਰਾ ਉਹ ਕਿਵੇਂ ਚੱਕਣਗੇ? ਉਹ ਕੋਈ ਕੁਲੀ ਹੋਊਗਾ ਉੱਥੇ, ਉਹ ਚੱਕਣ ਵਾਸਤੇ ਸਮਾਨ ਕੀ ਹੋਊਗਾ? ਉਹ ਅਸੀਂ ਇੰਤਜ਼ਾਮ ਕਰਾਂਗੇ ਉੱਥੇ। NRI ਨੂੰ ਪ੍ਰੋਬਲਮ ਨਹੀਂ ਆਉਣ ਦੇਣਗੇ। ਜੇ ਅਸੀਂ 2 ਬੱਸਾਂ ਐਕਸਟਰਾ, ਇੱਕ ਰਾਜਪੁਰੇ
ਇੱਕ ਆਪਾਂ ਸੋਨੀਪਤ ਦੇ ਲਾਗੇ ਖੜੀ ਕੀਤੀ ਆ ਵੀ ਜਿੰਨੇ ਵੀ ਇਹਦੇ ਵਿੱਚ ਲੋਕ ਜਾਂਦੇ ਆ ਸਾਰਿਆਂ ਦੀਆਂ ਫਲਾਈਟਾਂ ਦਾ ਟਾਈਮ ਹੁੰਦਾ ਉਹ ਲੇਟ ਨਾ ਹੋਣ। ਇਨ ਕੇਸ ਜੇ ਕੋਈ ਬੱਸ ਖਰਾਬ ਵੀ ਹੋ ਜਾਂਦੀ ਆ, ਇਸ ਕਰਕੇ ਅਸੀਂ 2 ਬੱਸਾਂ ਐਕਸਟਰਾ 24 ਆਵਰ 7 ਡੇਜ਼ ਅਵੇਲੇਬਲ ਰੱਖੀਆਂ। ਸਵਾਰੀ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਉੱਥੇ ਵੀ ਸਵਾਰੀ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਪਰ ਸ਼ਲਾਘਾਯੋਗ ਕਦਮ ਇਹ ਆ, ਕਿੱਥੇ 3500 4000, ਕਿੱਥੇ ਵੱਧ ਤੋਂ ਵੱਧ ਅੰਮ੍ਰਿਤਸਰ ਆ ਸਾਡਾ ਦੂਰ ਤੋਂ ਦੂਰ ਜਿਹੜਾ ਸਟੇਸ਼ਨ ਆ, ਉੱਥੋਂ ਅਸੀਂ ਸਿਰਫ ਤੇ ਸਿਰਫ ਜਿਹੜਾ ਕਿਰਾਇਆ ਆ ਉਹ 1520 ਰੁਪਏ ਜਿਹੜਾ ਪਠਾਨਕੋਟ ਤੋਂ, ਜਿਹੜਾ ਅੰਮ੍ਰਿਤਸਰ ਤੋਂ 1380 ਰੁਪਏ, ਜਲੰਧਰ ਤੋਂ 1160 ਰੁਪਏ। ਗਾਂ ਤੋਂ ਗਾਂ ਘਟਦਾ ਹੈ। ਚਲੋ ਠੀਕ ਹੈ। ਇਹ ਇਸ ਮਾਮਲੇ ਵਿਨੋਦ ਭਾਰਤੀ ਸਾਹਿਬ, ਇਹਦੀ ਤਾਂ ਸ਼ਲਾਘਾ ਕਰਨੀ ਬਣਦੀ ਹੈ ਨਾ, ਕਿਰਾਇਆ ਇੰਨਾ ਘੱਟ ਲੱਗੂਗਾ। ਬੋਲੋ ਹਾਂ, ਬੋਲੋ ਭਾਰਤੀ ਸਾਹਿਬ, ਬੋਲੋ ਪਲੀਜ਼, ਫਟਾਫਟ ਬੋਲੋ। ਮੈਂ ਤਾਂ ਕੇਪੀ ਸਾਹਿਬ ਪਹਿਲਾਂ ਹੀ ਕਿਹਾ ਵੀ ਜਿਹੜਾ ਵੀ ਕਦਮ ਕੋਈ ਵੀ ਪੰਜਾਬ ਦੇ ਵੈਲਫੇਅਰ ਲਈ, ਪੰਜਾਬ ਖੋਲ ਕੇ ਕਿਉਂ ਨਹੀਂ ਬੋਲਦੇ ਪਏ ਭਾਰਤੀ ਸਾਹਿਬ? ਖੋਲ ਕੇ ਕਿਉਂ ਨਹੀਂ ਬੋਲਦੇ ਪਏ? ਜੇ ਕਿਰਾਇਆ ਘੱਟ ਲੱਗ ਰਿਹਾ, ਅੱਧਾ ਕਿਰਾਇਆ ਲੱਗ ਰਿਹਾ, ਅੱਧੇ ਤੋਂ ਘੱਟ ਲੱਗ ਰਿਹਾ, ਅੱਧੇ ਤੋਂ ਵੱਧ ਲੱਗ ਰਿਹਾ, ਸਰ ਖੁੱਲ ਕੇ ਬੋਲੋ ਨਾ। ਕੇਪੀ ਸਾਹਿਬ ਮੈਂ ਖੁੱਲ ਕੇ ਹੀ ਕਹਿ ਰਿਹਾ ਵੀ ਉਹ ਹਰ ਕਦਮ ਜਿਹੜਾ ਪੰਜਾਬ ਦੇ ਫਾਇਦੇ ਲਈ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਲੇਕਿਨ ਕਸਨੀ ਔਰ ਕਰਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਇਹ ਕਹਿੰਦੇ ਰਾਜਾ ਵੜਿੰਗ ਜੀ ਨੇ ਤਾਂ ਕੋਈ ਸਾਡੇ ਕੋਲ ਡਿਮਾਂਡ ਨਹੀਂ ਕੀਤੀ। ਰਾਜਾ ਵੜਿੰਗ ਜੀ ਬਕਾਇਦਾ ਜਾ ਕੇ ਕੇਜਰੀਵਾਲ ਜੀ ਨੂੰ ਮਿਲੇ ਔਰ ਉੱਥੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਅਲਾਓ ਕਰੋ ਸਰਕਾਰੀ ਬੱਸਾਂ ਸਾਡੀਆਂ, ਤਾਂ ਕਿ ਅਸੀਂ ਕਿਰਾਇਆ ਘੱਟ ਵਿੱਚ ਲੋਕਾਂ ਨੂੰ, ਜਿਹੜੇ ਪੈਸੇਂਜਰ ਆ ਉਹਨਾਂ ਨੂੰ ਪਹੁੰਚਾ ਸਕੀਏ। ਪਰ ਕੋਈ ਜਵਾਬ ਨਹੀਂ ਮਿਲਿਆ ਉਤੋਂ। ਚਲੋ ਤਾਂ ਇਸ ਕਰਕੇ ਮੈਂ ਕਹਿੰਦਾ ਇਹਨਾਂ ਦੀ ਕਥਨੀ ਔਰ ਕਰਨੀ 'ਚ ਫਰਕ ਹੈ। ਜੇਕਰ ਕਥਨੀ 'ਚ ਫਰਕ ਨਾ ਹੁੰਦਾ ਤਾਂ ਇਹ ਕਾਦਾ ਇਹ ਕੰਮ ਹੋ ਗਿਆ ਹੁੰਦਾ। ਹੁਣ ਇਹਨਾਂ ਨੇ ਕਿਹਾ ਕਿ ਵੋਲਵੋ ਬੱਸਾਂ ਜਿਹੜੀਆਂ ਨੇ ਉਹਨਾਂ ਦੇ ਮੁਕਾਬਲੇ ਅਸੀਂ ਆਪਣੀਆਂ ਸਰਕਾਰੀ ਬੱਸਾਂ ਘੱਟ ਕਿਰਾਏ 'ਚ ਭੇਜਾਂਗੇ। ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਰਿਕੁਐਸਟ ਕਰਦਾ ਕਿ ਜੋ ਤੁਸੀਂ ਕਹਿ ਰਹੇ ਹੋ ਇਹਨੂੰ ਪੂਰਾ ਕਰ ਦਿਓ, ਅਸੀਂ ਤੁਹਾਨੂੰ ਵਧਾਈ ਕਰਾਂ ਦੇਾਂਗੇ, ਤੁਹਾਡੇ ਨਾਲ ਖੜੇ। ਪਰ ਜੇਕਰ ਤੁਹਾਡੀ ਕਥਨੀ ਔਰ ਕਰਨੀ 'ਚ ਫਰਕ ਹੋਏਗਾ ਤਾਂ ਡਟ ਕੇ ਉਹਦਾ ਵਿਰੋਧ ਕਰਾਂਗੇ, ਉਹਨਾਂ ਬੱਸਾਂ ਦਾ ਘਿਰਾਓ ਵੀ ਕਰਾਂਗੇ। ਚਲੋ ਥੈਂਕ ਯੂ ਭਾਰਤੀ ਸਾਹਿਬ। ਚਿੰਜਰ ਸਾਹਿਬ, ਜਿਹੜਾ ਇੰਨੇ ਸਾਲ ਪੰਜਾਬੀਆਂ ਦਾ ਨੁਕਸਾਨ ਹੋਇਆ 에ਅਰਪੋਰਟ ਤੱਕ ਜਾਣ ਦਾ, ਜਾਂ ਸਰਕਾਰਾਂ ਦੇ ਸਿਸਟਮ ਦੇ ਕਰਕੇ ਨੁਕਸਾਨ ਹੋਇਆ ਜਾਂ ਪੰਜਾਬੀਆਂ ਦੀ ਜੇਬ ਆਪਦੇ ਕਰਕੇ ਢਿੱਲੀ ਹੋਈ ਹੈ, ਚਿੰਜਰ ਸਾਹਿਬ, ਉਸ ਨੁਕਸਾਨ ਦੀ ਭਰਪਾਈ ਕੌਣ ਕਰੂਗਾ? ਚਿੰਜਰ ਸਾਹਿਬ, ਕੋਈ ਕਾਨੂੰਨੀ ਅੜਚਣਾਂ ਨੇ ਨਾ ਵੀ ਜਿਹੜੀਆਂ ਬੱਸਾਂ ਨੇ ਉਹ 에ਅਰਪੋਰਟ ਤੱਕ ਨਹੀਂ ਜਾਂਦੀਆਂ। ਐਮਐਲਏ ਸਾਹਿਬ ਆਪ ਤਾਂ ਮੰਨ ਗਏ ਨੇ ਕਿ 2 ਕਿਲੋਮੀਟਰ ਦੂਰ ਬੱਸ ਰੁਕੇਗੀ। ਇਹ ਮੈਂ ਕੇਪੀ ਜੀ ਤਾਂ ਸਵਾਲ ਕੀਤਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਨਾ ਮੇਰੇ 2 ਜਿਹੜੇ ਮਿੱਤਰ ਨੇ ਉਹ ਬਾਹਰੋਂ ਆਏ ਨੇ, ਉਹ ਬੱਸਾਂ ਦੇ ਵਿੱਚ ਬਹੁਤ ਜ਼ਿਆਦਾ ਖੱਜਲ ਖੁਆਰ ਹੋ ਕੇ ਆਏ ਨੇ, ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜੇ ਕਿਸੇ ਦਿਨ ਡਿਬੇਟ ਹੋਵੇ ਇਹ ਸਰਕਾਰੀ ਬੱਸਾਂ ਦੀ ਵੋਲੋ ਦੀ, ਤਾਂ ਇਹ ਗੱਲ ਸਾਡੀ ਜ਼ਰੂਰ ਚੁੱਕਿਓ ਵੀ ਸਾਨੂੰ ਇੰਨੀ ਖੱਜਲ ਖੁਆਰੀ ਹੋਈ ਹੈ। ਤੁਸੀਂ ਇਹ ਕਹਿਣਾ ਚਾਹੁੰਦੇ ਚਿੰਜਰ ਸਾਹਿਬ, ਸਰਕਾਰੀ ਬੱਸ, ਚਿੰਜਰ ਸਾਹਿਬ ਤੁਸੀਂ ਇਹ ਕਹਿੰਦੇ ਸਰਕਾਰੀ ਬੱਸ ਚੜੋ ਹੀ ਨਾ, ਪ੍ਰਾਈਵੇਟ ਬੱਸ ਚੜੋ ਜਿਹੜੀ ਇੱਥੋਂ ਜਾਂਦੀ ਪੰਜਾਬ ਚੋਂ, ਉਹ ਤੇ ਚੜੋ, ਜਿਹੜੀ ਉਧਰੋਂ ਆਉਂਦੀ ਉਹ ਤੇ ਚੜੋ। ਕੇਪੀ ਜੀ ਮੈਂ ਚੜਨ ਦੀ ਗੱਲ ਨਹੀਂ ਕਰਦਾ। ਆਮ ਆਦਮੀ ਪਾਰਟੀ ਬੜੀ ਸਫਾਈ ਦੇ ਨਾਲ ਬੜੀ ਵਾਹਵਾਹੀ ਖੱਟਦੀ ਆ। ਇੱਕ ਮਿੰਟ ਗਿੱਲ ਸਾਹਿਬ ਇਹ ਦੱਸੋ ਐਮਐਲਏ ਸਾਹਿਬ ਕਿ ਜਿਹੜਾ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਬਹੁਤ ਸਸਤਾ ਕਿਰਾਇਆ ਕਰਤਾ 1300, ਪਹਿਲਾਂ ਸਰਕਾਰਾਂ ਕਿੰਨਾ ਲੈਂਦੀਆਂ ਸੀ ਦੱਸੋਗੇ ਜਰਾ? ਪਹਿਲਾਂ ਕਿਰਾਇਆ ਕਿੰਨਾ ਸੀ ਤੇ ਹੁਣ ਤੁਸੀਂ ਕਿੰਨਾ ਕਰਿਆ, ਉਹਦਾ ਅੰਤਰ ਦੱਸੋ ਬਣਾ ਜਾ। ਤੇ ਗਿੱਲ ਸਾਹਿਬ ਫਿਰ ਪੈਟਰੋਲ ਦਾ ਅੰਤਰ, ਡੀਜ਼ਲ ਦਾ ਅੰਤਰ ਵੀ ਕੱਢ ਲਿਓ। ਪਹਿਲਾਂ ਮਹਿੰਗਾਈ ਕਿੰਨੀ ਸੀ, ਹੁਣ ਕਿੰਨੀ ਹੈ? ਚਿੰਜਰ ਸਾਹਿਬ ਜੇ ਆਪਾਂ ਇਹ ਡਿਬੇਟ ਕਰਨਾ ਪੈਂਦਾ ਬਸ ਫਿਰ ਮੈਂ ਉਹੀ ਦੱਸਣ ਲੱਗਾ। ਇੱਕ ਮਿੰਟ ਪਲੀਜ਼ ਗਿੱਲ ਸਾਹਿਬ ਇੱਕ ਮਿੰਟ ਪਲੀਜ਼। ਕੇਪੀ ਜੀ ਮੈਂ ਗੱਲ ਕਰ ਰਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਕਹਿ ਰਹੇ ਨੇ ਕਿ ਦੇਖੋ ਜੀ 1300 ਰੁਪਏ ਜਲੰਧਰ ਤੋਂ ਲਵਾਂਗੇ, 1500 ਰੁਪਏ ਪਠਾਨਕੋਟ ਤੋਂ। ਪਹਿਲੀਆਂ ਸਰਕਾਰਾਂ ਵੀ ਤਾਂ ਇੰਨੇ ਹੀ ਲੈਂਦੀਆਂ ਸੀ, ਪਹਿਲੇ ਸਰਕਾਰਾਂ ਵੀ ਵੱਧ ਥੋੜਾ ਲੈਂਦੀਆਂ ਸੀ। ਤੇ ਬੰਦ ਕਿਉਂ ਹੋ ਗਈਆਂ ਸਰ? ਫਿਰ ਬੱਸਾਂ ਬੰਦ ਕਿਉਂ ਹੋਈਆਂ? ਮੈਨੂੰ ਇਹ ਤਾਂ ਦੱਸੋ ਚਿੰਜਰ ਸਾਹਿਬ, ਬੰਦ ਕਿਹਨੇ ਕਰਵਾਤੀਆਂ? ਬੱਸਾਂ ਕਰਵਾਈਆਂ। ਹੁਣ 5 ਸਾਲ ਆਮ ਆਦਮੀ ਪਾਰਟੀ ਸਰਕਾਰ ਚੱਲੂਗੀ, ਪਤਾ ਲੱਗ ਜੂ ਇਹਨਾਂ ਨੇ ਬੰਦ ਕੌਣ ਕਰਾਉਂਦਾ ਹੈ। ਚਲੋ ਠੀਕ, ਕੋਈ ਮਾਫੀਆ ਤਾਂ ਨਹੀਂ ਹੈਗਾ ਚਿੰਜਰ ਸਾਹਿਬ? ਚਿੰਜਰ ਸਾਹਿਬ ਕੋਈ ਚਿੰਜਰ ਸਾਹਿਬ ਕੋਈ ਸਰਕਾਰੀ ਸੁਣ ਲਓ ਨਾ ਚਿੰਜਰ ਸਾਹਿਬ, ਸਕੂਲਾਂ ਦੇ ਵਿੱਚ ਪੜ੍ਹਾਈ ਫ੍ਰੀ ਹੈ। ਚਿੰਜਰ ਸਾਹਿਬ ਪ੍ਰਾਈਵੇਟ ਕਿਉਂ ਪੜਾਉਂਦੇ ਨੇ? ਚਿੰਜਰ ਸਾਹਿਬ ਸੁਣ ਲਓ ਨਾ ਚਿੰਜਰ ਸਾਹਿਬ, ਕੋਈ ਮਾਫੀਆ ਬੰਦ ਕਰਵਾਉਂਦਾ ਜਾਂ ਸਰਕਾਰੀ ਬੱਸਾਂ ਸਹੂਲਤਾਂ ਇੰਨੀਆਂ ਨਹੀਂ ਹੈਗੀਆਂ, ਪ੍ਰਾਈਵੇਟ ਹੀ ਚੱਲਣਗੀਆਂ? ਸਹੂਲਤ ਦਾ ਫਰਕ ਵੀ ਹੈ ਨਾ, ਉਸ ਤਰੀਕੇ ਦੇ ਉਸ ਪੱਧਰ ਤੱਕ ਉਹਨੂੰ ਬਣਾਇਆ ਹੀ ਨਹੀਂ ਜਾ ਰਿਹਾ। ਚਲੋ ਇਸ ਪੱਧਰ ਦੀ ਚਲੋ ਫਿਰ ਤਾਂ ਤੁਸੀਂ ਸਾਰੇ ਜ਼ਿੰਮੇਵਾਰ ਹੋ ਨਾ, ਬਣਾਇਆ ਨਹੀਂ ਜਾ ਰਿਹਾ, ਸਾਰੇ ਜ਼ਿੰਮੇਵਾਰ ਹੋ ਜਿਨ੍ਹਾਂ ਨੇ ਪਹਿਲਾਂ ਸਰਕਾਰਾਂ ਚਲਾ ਲਈਆਂ, ਜਿਹੜੀ ਹੁਣ ਸਰਕਾਰ ਚਲਾਉਂਦੇ ਇਹਨਾਂ ਨੂੰ ਵੀ ਪੁੱਛ ਲਾਂਗੇ। ਪ੍ਰਵੀਨ ਸ਼ਰਮਾ ਠੀਕ ਪ੍ਰਵੀਨ ਸ਼ਰਮਾ ਸਾਰਿਆਂ ਦੀ ਬਣਦੀ ਹੈ, ਪਰ ਤੁਸੀਂ ਕਿਸੇ ਕਿਤੇ ਨਹੀਂ ਸਿੱਟ ਸਕਦੇ ਹੋ। ਚਲੋ ਪ੍ਰਵੀਨ ਸ਼ਰਮਾ ਲਾਸਟ ਕਮੈਂਟ ਤੁਹਾਡਾ। ਪ੍ਰਵੀਨ ਸ਼ਰਮਾ, ਜਿਹੜਾ ਕਿਰਾਇਆ ਕਹਿ ਰਿਹਾ ਵੀ ਘੱਟ ਲੱਗੂਗਾ 에ਅਰਪੋਰਟ ਤੱਕ ਜਾਂ 에ਅਰਪੋਰਟ ਤੋਂ 2 ਕਿਲੋਮੀਟਰ ਪਹਿਲਾਂ ਤੱਕ, ਉਹਦੀ ਤਾਂ ਸ਼ਲਾਘਾ ਕਰਨੀ ਬਣਦੀ ਹੈ, ਤੁਹਾਡੀ ਡਿਮਾਂਡ ਤਾਂ ਪਹੁੰਚ ਗਈ ਐਮਐਲਏ ਸਾਹਿਬ ਤੱਕ। ਹਾਂਜੀ ਵੀਰ ਜੀ, ਗੱਲ ਹੈ ਏਦਾਂ ਜੀ, ਇੱਕ ਵਾਰ ਇੱਕ ਛੋਟੀ ਜਿਹੀ ਕਹਾਣੀ ਸੀ ਕਿ ਮਹਾਤਮਾ ਬੁੱਧ ਜੀ ਕੋਲ ਚੇਲੇ ਪੁੱਛਾਏ, ਕਹਿੰਦੇ ਵੀ ਉਹ ਬੰਦਾ ਨਾ ਰੱਬ ਦਾ ਨਾਮ ਨਹੀਂ ਜਪ ਰਿਹਾ, ਬਹੁਤ ਵਾਰ ਗਏ ਆ। ਤੇ ਮਹਾਤਮਾ
ਬਾਬਾ ਜੀ ਨੇ ਕਿਹਾ ਵੀ ਪਹਿਲਾਂ ਉਹਦੇ ਪੇਟ ਵਿੱਚ ਰੋਟੀ ਪਾਓ ਮਹਾਰਾਜ, ਫਿਰ ਉਹ ਰੱਬ ਦਾ ਨਾਂ ਲੈਣ ਜੋਗਾ ਹੋਏਗਾ ਮਾੜਾ ਮੋਟਾ। ਤੇ ਤੁਸੀਂ ਇਹ ਚਾਹੁੰਦੇ ਹੋ ਵੀ ਅਸੀਂ ਸਲਾਗਾ ਕਰੀਏ ਤੇ ਅਸੀਂ ਤੇ ਭੁੱਖੇ ਭੁੱਖੇ ਸਾਡੀ ਦੇ ਸਾਡੇ ਕੋਲ ਵਧਾਈਆਂ ਦੇਣ ਲਈ ਵੀ ਮਤਲਬ ਜ਼ਰੂਰਤ ਹੈ ਨਹੀਂ ਗੀ। ਤੋਂ ਪਹਿਲਾਂ ਉਹਨਾਂ ਦੀ ਸਾਰ ਸੁਣੀ ਜਾਵੇ ਤੇ ਅਸਲੀ ਪੰਜਾਬ ਦਾ ਭਰਾ ਤਦ ਹੋਏਗਾ ਜਦ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਖੁਸ਼ਹਾਲ ਹੋਏਗਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤਦ ਹੀ ਮਤਲਬ ਵਫਾ ਕਰਨੀਆਂ ਜਦੋਂ ਪੰਜਾਬ ਦਾ ਯੂਥ ਹੈ ਉਸ ਨੂੰ ਕੋਈ ਪੱਕਾ ਟੱਕਾ ਰੁਜ਼ਗਾਰ ਮਿਲੇਗਾ ਵੀਰ ਜੀ। ਚਲੋ ਗਿੱਲ ਸਾਹਿਬ, ਇੱਕ ਚਰਚਾ ਇਹ ਚੱਲਦੀ ਪਈ ਗਿੱਲ ਸਾਹਿਬ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਸੀਟਾਂ ਘੱਟ ਮਿਲੀਆਂ ਸੀਗੀਆਂ, ਇਸ ਕਰਕੇ ਬੱਸਾਂ ਜਿਹੜੀਆਂ ਉੱਥੋਂ ਤੱਕ ਨਹੀਂ ਜਾਣ ਦਿੱਤੀਆਂ ਗਈਆਂ ਸੀ। ਗਿੱਲ ਸਾਹਿਬ, ਇਸ ਵਿੱਚ ਕੋਈ ਸੱਚਾਈ ਹੈ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਮੈਂ ਥੋੜਾ ਜਿਹਾ ਵੀਰ ਜੀ ਨੂੰ ਦੱਸ ਦਵਾਂ, ਪ੍ਰਾਈਵੇਟ ਤੇ ਸਰਕਾਰੀ ਦੀ ਇੰਨੀ ਗੱਲ ਕੀਤੀ ਆ, ਮੈਂ ਥੋੜਾ ਜਿਹਾ ਇਹਨਾਂ ਨੂੰ ਚਾਨਣਾ ਪਾਉਣਾ। ਜਿਹੜੀਆਂ ਸਰਕਾਰੀ ਬੱਸਾਂ ਇਹ ਨਹੀਂ ਬਣਾਈਆਂ ਨਾ ਸਿੰਪਲ, ਉਹਦੀ ਬਾਡੀ ਦਾ ਪੈਸੇ ਲੱਗੇ ਜੀ ਪੌਣੇ 13 ਲੱਖ ਰੁਪਈਆ। ਤਾਂ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਆ ਉਹ 8 ਲੱਖ 'ਚ ਵਧੀਆ ਗੱਡੀ ਬਣਾ ਲੈਂਦੇ ਆ ਹੈ। ਉਦੋਂ ਇਹ ਰੌਲਾ ਨਹੀਂ ਪਾਉਂਦੇ, ਨਾ ਇਹ ਦੱਸਦੇ ਵੀ ਇੰਨਾ ਪੈਸਾ ਉਹਦੇ ਤੇ ਕਿੱਥੇ ਅਸੀਂ ਦਿੱਤਾ, ਬਿੱਲ ਬਣਾ ਲੈਂਦੇ, ਅਫਸਰਾਂ ਦੇ ਸਾਈਨ ਕਰਾ ਲੈਂਦੇ। ਹੁਣ ਕਾਂਗਰਸ ਦੀ ਮੈਂ ਦੱਸਦਾ ਜੋ ਇਹ ਕੰਮ ਕਰਦੇ ਰਹੇ ਇਲੈਕਸ਼ਨਾਂ ਤੋਂ ਪਹਿਲਾਂ ਨਾ, ਮੈਂ ਹੈਗਾ ਤਾਂ ਆਊਟ ਵਿਦ ਦਾ ਵੇ ਆ ਥੋੜਾ ਜਿਹਾ, ਜੰਗਲਾਤ ਮਹਿਕਮੇ 'ਚ ਇੰਨੀ ਨਾ ਬੰਦੇ ਭਰਤੀ ਕਰ ਲਏ ਜੀ ਬਹੁਤ ਜ਼ਿਆਦਾ। ਛੋਟੋ ਆਪਾਂ ਗਿੱਲ ਸਾਹਿਬ ਉਹ ਤਾਂ ਚਾਹੁੰਦੇ ਆ ਡਿਬੇਟ ਡੀਰਲ ਹੋਵੇ, ਤੁਸੀਂ ਵਿਚਾਰ ਰਹੇ ਹੋ। ਨਹੀਂ ਗਿੱਲ ਸਾਹਿਬ, ਮੈਂ ਇਹ ਨਹੀਂ ਤੁਹਾਡੇ ਤੋਂ ਪਾਰਟ ਚਾਹੁੰਦਾਗਾ। ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਜਾਂਦੇ ਜਾਂਦੇ। ਗਿੱਲ ਸਾਹਿਬ, ਟਰਾਂਸਪੋਰਟ ਮਾਫੀਆ ਖਤਮ ਹੋ ਜਾਊਗਾ ਕੱਲੀਆਂ ਵੋਲਵੋ ਚੱਲਣ ਦੇ ਨਾਲ? ਸਰ ਇਹ ਮੈਨੂੰ ਤਰਕ ਨਹੀਂ ਸਮਝ ਆਇਆ ਸਰ। ਦਿੱਲੀ ਨੂੰ ਜਿਹੜੀਆਂ ਮਾਫੀਆ ਚੱਲਦਾ ਹੀ ਉਹ ਖਤਮ ਹੋ ਜਾਊਗਾ। ਪੰਜਾਬ ਵਾਲਾ ਸਰ? ਪੰਜਾਬ ਵਾਲਾ ਅਸੀਂ ਕਰ ਰਹੇ ਜੀ, 3 ਮਹੀਨੇ ਸਾਨੂੰ ਦਿਓ। ਸੂਰਿਆਕਾਂਤ ਦਾ ਆਰਡਰ ਅਸੀਂ ਆਲਮੋਸਟ ਤਿਆਰੀ ਆ। ਅਸੀਂ ਤਿੰਨ ਜਗ੍ਹਾ ਤੇ ਟਾਈਮ ਟੇਬਲ ਬਣ ਗਿਆ। ਇੱਕ ਜਲੰਧਰ ਵਾਲੇ ਏਰੀਆ 'ਚ ਸਾਡੇ ਆਰਟੀਓ ਸਾਹਿਬ ਹੈ ਨਹੀਂ ਸੀਗੇ, ਉਹ ਆ ਗਏ, ਹੁਣ ਆ ਜਾਣੇ ਆ। ਤਾਂ ਅਸੀਂ ਉਹ ਵੀ ਕਰਾ ਕੇ ਐਨ ਸਫਾ ਕਰ ਦਵਾਂਗੇ ਜਿਹੜਾ ਇਹਨਾਂ ਦਾ ਨਾ ਸੂਰਿਆਕਾਂਤ ਦੇ ਆਰਡਰ ਨਾਲ ਹੀ ਜਿਹੜਾ ਆ ਮਾਫੀਆ। ਗਿੱਲ ਸਾਹਿਬ, 1 ਬੱਸ 1 ਪਰਮਿਟ ਹੋਊਗਾ ਪੰਜਾਬ 'ਚ, ਜਾਂ ਇੱਕ ਪਰਮਿਟ ਤੇ ਬੱਸ ਕਿਤੇ ਹੋਰ ਰੋਕ ਕੇ? ਸਰ ਜਿਹੜੀ ਤੁਸੀਂ ਉੱਥੋਂ ਦੀ ਐਗਜ਼ਾਮਪਲ ਦੇ ਰਹੇ ਹੋ, ਇੱਥੇ ਐਗਜ਼ਾਮਪਲ ਹੈਗੀਆਂ ਮੋਹਾਲੀ ਵੇਰਕਾ ਪਲਾਂਟ ਤੋਂ ਪਹਿਲਾਂ ਬੱਸਾਂ ਰੋਕ ਦਿਓ, ਉੱਥੇ ਵੀ ਬੱਸਾਂ ਅੱਗੇ ਲੱਗੀਆਂ ਹੁੰਦੀਆਂ ਹੋਰ ਵੀ ਆ ਲੈ ਜਾਓ ਭਾਈ, ਕੋਈ ਰੂਟ 3 ਵਜੇ ਤੇ ਚੜਾ ਦਿੰਦਾ। ਇੱਥੇ ਵੀ ਇਹ ਕੁਝ ਚੱਲਦਾ ਪਿਆ। ਦੇਖੋ ਜੀ, ਉਹ ਬਿਲਕੁਲ ਤੁਹਾਡੇ ਨਾਲ ਅੰਡਰਸਟੈਂਡ ਮੈਂ ਕਰਦਾ ਆ ਕਿ ਮੋਹਾਲੀ ਤੱਕ ਪਰਮਿਟ ਹੁੰਦਾ ਆ, ਸਵਾਰੀ ਉਹ ਚੰਡੀਗੜ੍ਹ ਦੀ ਬਿਠਾ ਲੈਂਦੇ ਆ। ਉਹਦਾ ਕਾਰਨ ਇਹ ਆ, ਉੱਥੋਂ ਫਿਰ ਮੋਹਾਲੀ ਨੂੰ ਸੱਜੇ ਨੂੰ ਮੁੜ ਜਾ ਤੇ ਉੱਥੋਂ ਟਾਂਪੂਆਂ ਦੇ ਵਿੱਚ ਚੰਡੀਗੜ੍ਹ ਵਾਲੀ ਸਵਾਰੀ ਜਿਹੜੀ ਉਹ 'ਚ ਭੇਜ ਦਿੰਦੇ ਉੱਤੇ। ਮੈਂ ਵੀ ਦੇਖਿਆ, ਕੋਈ ਲੁਕਾਉਣ ਵਾਲੀ ਗੱਲ ਨਹੀਂ, ਜੱਗ ਜਾ ਰਿਹਾ ਹੈ। ਲੇਕਿਨ ਇਹ ਕਿਹੜੇ ਸਮੇਂ 'ਚ ਹੋਇਆ? 15 ਸਾਲ ਦੇ ਵਿੱਚ, 15-20 ਸਾਲ ਦੇ ਵਿੱਚ ਜਿਹੜਾ ਇਹਦਾ ਉੱਗਣ ਨੂੰ ਜਵਾਨ ਹੋਇਆ। ਸਰ ਤੁਸੀਂ ਮੁਕਾ ਦੋਗੇ ਕਿ ਨਹੀਂ ਗਿੱਲ ਸਾਹਿਬ? ਤੁਸੀਂ ਮੁਕਾ ਦੋਗੇ ਕਿ ਨਹੀਂ ਸਰ? ਤੁਸੀਂ ਤਾਂ ਭੁਗਤ ਭੋਗੀ ਹੋ, ਮੁਕਾ ਦੋਗੇ ਤੁਸੀਂ ਇਹ ਮਾਫੀਆ? ਸਮਾਂ ਲੱਗੂ, ਮੁਕਾਵਾਂਗੇ ਜੀ। ਕਿੰਨਾ ਸਮਾਂ ਮੰਗਦੇ ਹੋ ਸਰ? ਕਿੰਨਾ ਸਮਾਂ ਮੰਗਦੇ ਹੋ? ਬੱਸ ਪਹੁੰਚਣ ਦਾ ਸਮਾਂ ਹੁੰਦਾ ਸਰ, ਕਿੰਨੇ ਵਕਤ ਤੱਕ ਪਹੁੰਚੂਗੀ? ਤੁਸੀਂ ਦੱਸ ਦਿਓ ਨਾ ਕਿ ਕਦੋਂ ਤੱਕ ਮੁਕਾ ਦੋਗੇ ਮਾਫੀਆ? ਦੇਖੋ ਜੀ, ਇਨ ਜੀਅਰ 1 ਸਾਲ ਦੇ ਵਿੱਚ ਅਸੀਂ। ਚਲੋ ਬਹੁਤ ਧੰਨਵਾਦ, ਬਹੁਤ ਧੰਨਵਾਦ। ਇੱਕ ਸਾਲ ਫਿਰ ਤੁਹਾਡੇ ਨਾਲ ਮੁਲਾਕਾਤ ਕਰੂੰਗਾ ਇਸੇ ਮੁੱਦੇ ਤੇ। ਬਹੁਤ ਧੰਨਵਾਦ ਤੁਹਾਡਾ ਜਸਵੀਰ ਸਿੰਘ ਗਿੱਲ। ਵਿਨੋਦ ਭਾਰਤੀ ਤੁਹਾਡਾ ਬਹੁਤ ਧੰਨਵਾਦ। ਚਿੰਜਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪ੍ਰਵੀਨ ਸ਼ਰਮਾ ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਜਿਹੜੀ ਡਿਮਾਂਡ ਹੈ ਉਹ ਐਮਐਲਏ ਤੱਕ, ਸਰਕਾਰ ਤੱਕ ਪਹੁੰਚ ਚੁੱਕੀ ਹੈ ਕਿ ਵੋਲਵੋ ਨਾਲ ਟਰਾਂਸਪੋਰਟ ਮਾਫੀਆ ਮੁੱਕੇਗਾ। ਸਵਾਲ ਇਹ ਸੀਗਾ, ਪਰ ਇਸ ਸਵਾਲ ਦੇ ਨਾਲ ਸਵਾਲ ਇਹ ਵੀ ਹੋਣਾ ਚਾਹੀਦਾ, ਦਿੱਲੀ ਏਅਰਪੋਰਟ ਤੱਕ ਜਿਹੜੀਆਂ ਕਹਿ ਰਹੀਆਂ ਬੱਸਾਂ ਜਾਣਗੀਆਂ, ਉਹ ਬੱਸ ਇੱਥੋਂ ਜਿਹੜੀ ਚੱਲਦੀ ਹੈ ਉਹ ਦਿੱਲੀ ਏਅਰਪੋਰਟ ਤੱਕ ਪਹੁੰਚੂਗੀ, ਜਾਂ ਉਸ ਦੇ ਵਿਚਾਲੇ ਦਿੱਲੀ ਏਅਰਪੋਰਟ ਤੋਂ ਪਹਿਲਾਂ 2 ਕਿਲੋਮੀਟਰ ਤੱਕ ਬੱਸ ਤੁਹਾਨੂੰ ਕੋਈ ਹੋਰ ਲੈ ਕੇ ਜਾਊਗੀ? ਇਹ ਸਵਾਲ ਹਜੇ ਬਰਕਰਾਰ ਹੈ, ਕਿਉਂਕਿ ਇਸ ਸਵਾਲ ਦੇ ਵਿਚਾਲੇ ਸਿਆਸਤ ਬਹੁਤ ਵੱਡੀ ਹੈ ਤੇ ਉਹ ਸਿਆਸਤ ਦੇ ਵਿਚਾਲੇ ਕਾਨੂੰਨੀ ਅੜਚਨਾਂ ਵੀ ਹੈਗੀਆਂ ਤੇ ਜਿਹੜੇ ਕਾਨੂੰਨ ਹੈਗੇ ਆ, ਰੂਲ ਐਂਡ ਰੈਗੂਲੇਸ਼ਨ ਹੈਗੇ ਆ, ਉਹਨਾਂ ਵੀ ਸਾਨੂੰ ਸਮਝਣਾ ਪਵੇਗਾ। ਪਰ ਦਿੱਲੀ ਏਅਰਪੋਰਟ ਤੱਕ ਬੱਸ ਜਾਵੇਗੀ, ਸਵਾਲ ਇਹ ਬਰਕਰਾਰ ਹੈ। ਟਰਾਂਸਪੋਰਟ ਮਾਫੀਆ ਮੁੱਕੇਗਾ, ਇਹ ਹਜੇ ਸਾਲ ਐਮਐਲਏ ਸਾਹਿਬ ਕਹਿੰਦੇ ਲੈਣਾ ਅਸੀਂ। ਸਰਕਾਰ ਕਦੋਂ ਜਵਾਬ ਦੇਵੇਗੀ ਟਰਾਂਸਪੋਰਟ ਮਾਫੀਆ ਦਾ? ਕਿਉਂਕਿ ਸਰਕਾਰ ਬਣੀ ਨੂੰ ਹੋਏ 3 ਮਹੀਨੇ ਹੋਏ ਆ, ਸਵਾਲ ਬਹੁਤ ਸਾਰੇ ਆ ਤੇ 3 ਮਹੀਨਿਆਂ ਵਿੱਚ ਸਾਰਾ ਕੁਝ ਸ਼ਾਂਤ ਨਹੀਂ ਹੋ ਸਕਦਾ, ਸਾਰਾ ਕੁਝ ਸਹੀ ਨਹੀਂ ਹੋ ਸਕਦਾ। ਵਕਤ ਦੇਣਾ ਪਊਗਾ, ਪਰ ਵਕਤ ਜਿਹੜਾ ਮੰਗ ਲਿਆ ਉਸ ਵਕਤ ਤੋਂ ਬਾਅਦ ਜੇ ਨਾ ਹੋਇਆ ਫਿਰ ਸਵਾਲ ਕਰ ਆ ਜਾਊਂਗਾ ਮੈਂ। ਬਹੁਤ ਧੰਨਵਾਦ।